ਕਲਮ ਦਾ ਸਫ਼ਰ ਦੇਖ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਗੁਰਮੀਤ ਕੜਿਆਲਵੀ ਸਾਡਾ ਪੰਜਾਬੀ ਸਾਹਿਤ ਦਾ ਇੱਕ ਗੂੜਾ ਹਸਤਾਖਰ ਹੈ। ਗੁਰਮੀਤ ਕੜਿਆਲਵੀ ਜੀ ਨੇ ਕਵਿਤਾ, ਨਾਟਕ, ਕਹਾਣੀ ਤੋਂ ਇਲਾਵਾ ਨਾਵਲ ਦੇ ਵਿੱਚ ਵੀ ਆਪਣੀ ਕਲਮ ਅਜਮਾਈ ਹੈ। ਸੋ ਉਹਨਾਂ ਦਾ ਹੁਣੇ ਹੀ ਛਪਿਆ ਕਹਾਣੀ ਸੰਗ੍ਰਹਿ ਹਾਰੀ ਨਾ ਬਚਨਿਆ ਇਹ ਸਾਡੇ ਕੋਲ ਆਇਆ ਹੈ, ਤਾਂ ਅਸੀਂ ਇਸ ਕਹਾਣੀ ਸੰਗ੍ਰਹਿ ਤੇ ਗੱਲਬਾਤ ਕਰਾਂਗੇ। ਸੋ ਮੇਰੇ ਨਾਲ ਨੇ ਡਾਕਟਰ ਹਰਿੰਦਰ ਸਿੰਘ, ਜੋ ਅੱਜ ਇਸ ਕਹਾਣੀ ਸੰਗ੍ਰਹਿ ਹਾਰੀ ਨਾ ਬਚਨਿਆ ਉੱਤੇ ਆਪਣੀ ਜਿਹੜਾ ਪ੍ਰਤੀਕਰਮ ਹੈ ਉਹ ਦੇਣਗੇ। ਸੋ ਸਵਾਗਤ ਹੈ ਡਾਕਟਰ ਹਰਿੰਦਰ ਜੀ। ਬਹੁਤ ਬਹੁਤ ਧੰਨਵਾਦ। ਕਲਮ ਦਾ ਸਫ਼ਰ ਦੇਖ ਰਹੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਹਰਿੰਦਰ ਜੀ, ਜਿਵੇਂ ਗੁਰਮੀਤ ਕੜਿਆਲਵੀ ਜੀ ਸਾਡੇ ਜ਼ਮੀਨ ਨਾਲ ਜੁੜੇ ਹੋਏ ਸਾਹਿਤਕਾਰ ਨੇ ਜੀ, ਸੋ ਥਰੜੇ ਤਬਕੇ ਦੀ ਬਹੁਤ ਹੀ ਵਧੀਆ ਢੰਗ ਦੇ ਨਾਲ ਉਹ ਗੱਲ ਕਰਦੇ ਨੇ ਜੀ। ਅੱਜ ਸਾਹਿਤ ਦੇ ਵਿੱਚ ਬਹੁਤ ਜ਼ਿਆਦਾ ਚਰਚਿਤ ਨੇ ਉਹਨਾਂ ਦੇ ਕੰਮ ਜਿਹੜੇ ਹੈਗੇ ਆ। ਕਾਫੀ ਉਹਨਾਂ ਦਾ ਨੋਟਸ ਲਿਆ ਜਾਂਦਾ, ਜੋ ਵੀ ਉਹਨਾਂ ਦੀ ਕਿਤਾਬ ਆਉਂਦੀ ਆ ਜਾਂ ਕੋਈ ਕਹਾਣੀ ਆਉਂਦੀ ਆ ਜਾਂ ਈਵਨ ਕਵਿਤਾ ਵੀ ਆਉਂਦੀ ਆ ਤਾਂ ਉਹਨਾਂ ਦਾ ਨੋਟਸ ਲਿਆ ਜਾਂਦਾ ਹੈ। ਸੋ ਇਹ ਜੋ ਹਾਰੀ ਨਾ ਬਚਨਿਆ ਉਹਨਾਂ ਦਾ ਕਹਾਣੀ ਸੰਗ੍ਰਹਿ ਹੈ, ਇਸ ਬਾਰੇ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਦੀਆਂ ਕਹਾਣੀਆਂ ਨੇ ਇਸ ਵਿੱਚ ਤੇ ਕਿਸ ਤਰ੍ਹਾਂ ਉਹ ਅੱਗੇ ਪਲਾਂਘ ਪੜਦੇ ਹੋਏ ਆ ਰਹੇ। ਅਮਰ ਜੀ, ਇਸ ਤਰ੍ਹਾਂ ਗੱਲ ਕਿ ਮੈਂ ਗੁਰਮੀਤ ਕੜਿਆਲਵੀ ਦਾ ਨਾਮ ਉਦੋਂ ਸੁਣਿਆ ਜਦੋਂ ਉਹਨਾਂ ਦੀ ਆਤੂ ਖੋਜੀ ਕਹਾਣੀ, ਤੁਸੀਂ ਉਹਦਾ ਨਾਮ ਸੁਣਿਆ ਹੋਣਾ, ਬੜੀ ਚਰਚਿਤ ਰਹੀ ਹੈ। ਮੈਂ ਸਮਝਦਾ ਕਿ ਜਦੋਂ ਕੋਈ ਲੇਖਕ ਆਪਣੀ ਕਿਸੇ ਰਚਨਾ ਦੇ ਕਰਕੇ ਜਾਣਿਆ ਜਾਣ ਲੱਗਦਾ ਕਿ ਉਸ ਰਚਨਾ ਦਾ ਨਾਮ ਆ ਜਿਹੜਾ ਉਸ ਲੇਖਕ ਦੀ ਪਛਾਣ ਬਣ ਜਾਂਦਾ ਜੀ। ਜਿਵੇਂ ਅਸੀਂ ਪਹਿਲਾਂ ਸਾਡੇ ਸਾਹਿਤ ਦੇ ਵਿੱਚ ਬੜੇ ਨਾਮਵਰ ਹਸਤਾਖਰ ਬਲਦੇਵ ਸਿੰਘ ਜੀ ਹੋਵੇ ਨਾ, ਉਹਨਾਂ ਨੂੰ ਸੜਕਨਾਮਾ ਕਰਕੇ ਜਾਣਦੇ ਰਹੇ ਆ ਸਾਰੇ। ਬਿਲਕੁਲ। ਤੇ ਗੁਰਮੀਤ ਨੂੰ ਆਦੂ ਖੋਜੀ ਕਰਕੇ ਬੜਾ ਸਤਿਕਾਰ ਦਿੱਤਾ ਜਾਂਦਾ ਰਿਹਾ ਜੀ। ਇਹਦਾ ਇੱਕ ਕਾਰਨ ਹੁੰਦਾ ਕਿ ਜਦੋਂ ਨਾ ਕੋਈ ਲੇਖਕ, ਮੈਂ ਸਮਝਦਾ ਕਿ ਆਪਣੇ ਕਹਾਣੀ ਜਾਂ ਕੋਈ ਵੀ ਰਚਨਾ ਉਸ ਦੇ ਨਾਮ ਦੀ ਪਛਾਣ ਬਣ ਜੇ ਤੇ ਜਿਹੜੇ ਪਾਠਕ ਹੁੰਦੇ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਬਿੰਬ ਬਣ ਜਾਂਦਾ ਉਸ ਲੇਖਕ ਦਾ ਜੀ। ਉਹ ਆਸ ਕਰਦੇ ਆ ਕਿ ਇਹ ਸਾਡਾ ਲੇਖਕ ਆ ਜਿਹੜਾ, ਉਹ ਕਿਉਂਕਿ ਉਹ ਲੇਖਕ ਉਹਨਾਂ ਦਾ ਹਰਮਨ ਪਿਆਰਾ ਲੇਖਕ ਬਣ ਜਾਂਦਾ ਨਾ ਜੀ, ਤੇ ਉਹ ਆਸ ਕਰਦੇ ਆ ਕਿ ਜਿਸ ਤਰ੍ਹਾਂ ਦੀ ਇਹ ਰਚਨਾ ਸਾਨੂੰ ਮਿਲੀ ਆ ਤੇ ਉਸ ਤੋਂ ਵੀ ਕੋਈ ਉੱਤਮ ਰਚਨਾ ਹੋਵੇ ਜੀ। ਤਾਂ ਫਿਰ ਲੇਖਕ ਦੀ ਜ਼ਿੰਮੇਵਾਰੀ ਦਾ, ਲੇਖਕ ਦਾ ਫਰਜ਼ ਹੋਰ ਵੀ ਵੱਧ ਜਾਂਦਾ। ਉਹਨੂੰ ਲੱਗਦਾ ਕਿ ਜੇ ਮੈਂ ਉਸ ਪੱਧਰ ਦੀ ਕੋਈ ਰਚਨਾ ਨਾ ਦੇ ਸਕਿਆ ਤਾਂ ਮੇਰੇ ਪਾਠਕ ਨਿਰਾਸ਼ ਜਾਂ ਉਦਾਸ ਹੋ ਜਾਣਗੇ ਜੀ। ਤੇ ਗੁਰਮੀਤ ਕੜਿਆਲਵੀ ਇਸ ਪੱਖੋਂ ਬਹੁਤ ਚੇਤਨ ਕਹਾਣੀਕਾਰ ਆ। ਜਿਹੜਾ ਇਹ ਹਥਲਾ ਕਹਾਣੀ ਸੰਗ੍ਰਹਿ ਆਪਾਂ ਜਿਹਦੇ ਬਾਰੇ ਅੱਜ ਗੱਲਬਾਤ ਕਰ ਰਹੇ ਹਾਂ, ਹਾਰੀ ਨਾ ਬਚਨਿਆ, ਇਹਦੇ ਵਿੱਚ ਉਹ ਆਤੂ ਖੋਜੀ ਤੋਂ ਵੀ ਅੱਗੇ ਨਵੀਂ ਪਲਾਂਘ ਪੜਦਾ ਨਜ਼ਰ ਆਉਂਦਾ ਮੈਨੂੰ ਜੀ। ਮੈਂ ਜਦੋਂ ਇਹਦਾ ਕਹਾਣੀ ਸੰਗ੍ਰਹਿ ਪੜ੍ਹ ਰਿਹਾ ਸੀ ਤਾਂ ਮੇਰੇ ਸਾਹਮਣੇ ਜੋ ਕੁਝ ਸਮਕਾਲ ਦੇ ਵਿੱਚ ਵਾਪਰ ਰਿਹਾ ਉਹ ਮਸਲੇ ਬੜੇ ਗਹਿਰ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਸੀ। ਸਮਕਾਲੀ ਮਸਲਿਆਂ ਤੇ ਜੋ ਸਾਡਾ ਸਿਆਸਤ ਦਾ ਜਿਹੜਾ ਗੰਦਲਾ ਹੋ ਚੁੱਕਿਆ ਵਾਤਾਵਰਨ ਆ, ਉਸ ਬਾਰੇ ਗੁਰਮੀਤ ਦੀ ਸਮਝ, ਜਾਂ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹਾਸ਼ੀਆਕ੍ਰਿਤ ਧਿਰਾਂ ਨੇ, ਉਹਨਾਂ ਨਾਲ ਜਿਹੜਾ ਕਹਾਣੀ ਦੇ ਵਿੱਚ ਆਪਣਾ ਸੰਵਾਦ ਰਚਾਉਂਦਾ ਗੁਰਮੀਤ, ਉਹ ਬੜਾ ਹੀ ਯਥਾਰਥਿਕ ਆ। ਇਸ ਦੀ ਲੋੜ ਆ। ਤੋ ਇਹ ਕਹਾਣੀ ਸੰਗ੍ਰਹਿ ਦੇ ਵਿੱਚ ਇਸ ਪੱਖ ਤੋਂ ਬੜਾ ਕੁਝ ਸਾਨੂੰ ਦੇਖਣ ਨੂੰ ਮਿਲਦਾ। ਇੱਕ ਜਿਹੜੀ ਹੋਰ ਸਭ ਤੋਂ ਵੱਡੀ ਖਾਸ ਗੱਲ ਮੈਂ ਸਮਝਦਾ ਕਿ ਕੋਈ ਅੱਜ ਦੇ ਦੌਰ ਦੇ ਵਿੱਚ ਨਾ ਬੰਦਾ, ਮੈਨੂੰ ਲੱਗਦਾ ਕਿ ਨਿਰਾਸ਼ਾ ਦੇ ਵਿੱਚ ਬਹੁਤ ਜਾ ਰਿਹਾ। ਅੱਜ ਦਾ ਦੌਰ ਨਿਰਾਸ਼ਾਵਾਦੀ ਦੌਰ ਹੈ ਨਾ, ਆਪਾਂ ਜਿਵੇਂ ਦੇਖਦੇ ਹਾਂ, ਤੇ ਉਹਦੇ ਵਿੱਚ ਸਾਡੇ ਲਈ ਸੰਘਰਸ਼ ਦਾ ਇੱਕ ਜਿਹੜਾ ਰੋਲ ਮਾਡਲ ਕੀ ਹੋਣਾ ਚਾਹੀਦਾ, ਸੰਘਰਸ਼ ਤੋਂ ਹਾਰ ਨਾ ਮੰਨਣ ਵਾਲੇ ਲੋਕ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਜਾਂ ਸਾਡੀ ਅੰਦਰ ਚੇਤਨਾ ਦੇ ਵਿੱਚ ਕੋਈ ਇਹੋ ਜਿਹੀ ਕਿਹੜੀ ਚਿੰਗ ਹੋਣੀ ਚਾਹੀਦੀ ਜਿਹਦੇ ਤੋਂ ਅਸੀਂ ਕੋਈ ਹੁਲਾਰਾ ਲੈ ਸਕੀਏ ਜੀ। ਤਾਂ ਮੈਨੂੰ ਲੱਗਦਾ ਗੁਰਮੀਤ ਕੜਿਆਲਵੀ ਇਸ ਪੱਖ ਤੋਂ ਵੀ ਕਾਫੀ ਸੁਚੇਤ ਰੂਪ ਦੇ ਵਿੱਚ ਸਾਹਮਣੇ ਆਇਆ ਇਸ ਕਹਾਣੀ ਸੰਗ੍ਰਹਿ ਦੇ ਵਿੱਚ। ਡਾਕਟਰ ਹਰਿੰਦਰ ਜੀ, ਜਿਸ ਤਰ੍ਹਾਂ ਇਹ ਕਹਾਣੀ ਸੰਗ੍ਰਹਿ ਹਾਰੀ ਨਾ ਬਚਨਿਆ ਜੀ, ਹਾਰੀ ਨਾ ਬਚਨਿਆ ਦੀ ਜਿਹੜੀ ਕਹਾਣੀ ਹੈ
ਜੀ ਉਸ ਦਾ ਪਾਤਰ ਜਿਹੜਾ ਬੜਾ ਸੰਘਰਸ਼ੀਲ ਹੈ ਜੀ ਜੀ ਤੇ ਉਹਦੇ ਹਾਰ ਨਾ ਮੰਨਣ ਦਾ ਕਿਹੜਾ ਵਿਚਾਰ ਕੰਮ ਕਰਦਾ ਹੈ, ਇਸ ਬਾਰੇ ਸਾਨੂੰ ਦੱਸੋ। ਹਾਂਜੀ ਹਾਂਜੀ ਜੀ, ਬਹੁਤ ਅੱਛਾ ਸਵਾਲ ਹੈ। ਅਸਲ ਦੇ ਵਿੱਚ ਜਿਹੜਾ ਇਹ ਪਾਤਰ ਹੈ, ਇਸ ਕਹਾਣੀ ਦਾ ਮੁੱਖ ਪਾਤਰ ਬਚਨਾ, ਜਿਹਦੇ ਹਨਾ ਇਹਦੇ ਨਾਮ, ਕਹਾਣੀ ਦਾ ਸੰਗ੍ਰਹਿ ਦਾ ਨਾਮ ਵੀ ਉਸ ਕਹਾਣੀ ਦੇ ਉੱਪਰ ਹੀ ਰੱਖਿਆ ਗਿਆ ਜੀ। ਉਹ ਕਿੱਤੇ ਵਜੋਂ ਬਾਜੀਗਰ, ਬਾਜੀ ਪਾਉਂਦਾ। ਤੇ ਜਿਹੜਾ ਬਾਜੀਗਰੀ ਦਾ ਕਿੱਤਾ, ਮੈਂ ਸਮਝਦਾ ਕਿ ਉਹਦੇ ਵਿੱਚ ਬੰਦੇ ਕੋਲੇ ਇੱਕ ਅਜਿਹੀ ਕਲਾ ਹੁੰਦੀ ਆ ਜਿਹਦੇ ਵਿੱਚ ਬਹੁਤ ਸਾਰੇ ਭਾਵ ਸਮਾਏ ਹੁੰਦੇ ਆ ਜੀ। ਉਹਨੇ ਜੇ ਰੱਸੀ ਤੇ ਵੀ ਤੁਰਦਾ ਤਾਂ ਆਪਾਂ ਦੇਖਦੇ ਹਾਂ ਇੱਕ ਬਾਜੀਗਰ, ਤਾਂ ਇੱਕ ਸੰਤੁਲਨ ਬਣਾਉਣਾ ਪੈਂਦਾ ਨਾ, ਜ਼ਿੰਦਗੀ ਵੀ ਇੱਕ ਸੰਤੁਲਨ ਬਣਾ ਕੇ ਹੀ ਚਾਹੁੰਦੇ ਆ ਆਪਾਂ। ਫਿਰ ਜਿਹੜੇ ਬਾਜੀਗਰ ਹੁੰਦੇ ਆ ਉਹਨਾਂ ਦਾ ਇੱਕ ਇਹ ਆ ਕਿ ਵੀ ਉਹ ਜੱਤ ਸੱਤ ਦੇ ਪੱਕੇ ਹੁੰਦੇ ਆ। ਅੱਛਾ। ਉਹਨਾਂ ਦੇ ਲਈ, ਕਿਉਂਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਲੋਕਾਂ ਦੇ ਤੋਂ ਆਪਣਾ ਨਿਰਵਾਹ ਕਰਨਾ, ਜੀਵਨ ਨਿਰਵਾਹ, ਤੇ ਉਹ ਹਰ ਇੱਕ ਔਰਤ ਨੂੰ ਜਿਹੜਾ ਹੈਗਾ ਮਾਂ ਭੈਣ ਦਾ ਦਰਜਾ ਦਿੰਦੇ ਆ। ਉਹ ਪਰਾਈ ਔਰਤ ਵੱਲ ਉਹ ਇਸ ਭਾਵ ਨਾਲ ਨਹੀਂ ਦੇਖਦੇ, ਕਿਉਂਕਿ ਉਹ ਇਹ ਸਮਝਦੇ ਆ ਕਿ ਸਾਡਾ ਜਿਹੜਾ ਕਿੱਤਾ ਉਹ ਉਸ ਤੇ ਇਸ ਗੱਲ ਦਾ ਪ੍ਰਭਾਵ ਪੈਂਦਾ, ਜੋ ਆਪਣੇ ਜੱਤ ਸੱਤ ਤੋਂ ਊਣੇ ਹੁੰਦੇ ਆ, ਡੋਲਦੇ ਆ। ਜੀ ਜੀ। ਤਾਂ ਇਹ ਜਿਹੜਾ ਇੱਕ ਉਹਦੇ ਵਿੱਚ ਬੜੇ ਕਸਬਾ ਸੂਲੀ ਦੀ ਛਾਲ, ਜਿਹੜੀ ਬੜੇ ਹੀ ਖਤਰਨਾਕ ਢੰਗ ਨਾਲ ਤੁਸੀਂ ਉਹ ਮਾਰਦੇ ਆ ਪੁੱਠੇ ਹੋ ਕੇ, ਛਾਲ ਤੇ ਥੱਲੇ ਖਤਰਨਾਕ ਹਥਿਆਰ ਰੱਖੇ ਹੁੰਦੇ ਆ, ਤਿੱਖੇ ਤਲਵਾਰਾਂ ਹੁੰਦੀਆਂ। ਹਾਂਜੀ ਹਾਂ, ਹਨਾ। ਤੇ ਉਹਦੇ ਲਈ ਕੀ ਆ ਕਿ ਬਕਾਇਦਾ ਇੱਕ ਪੂਰਾ ਤੁਹਾਡੀ ਪ੍ਰੈਕਟਿਸ ਤਾਂ ਹੁੰਦੀ ਆ, ਤੇ ਇੱਕ ਸੰਜਮ ਹੁੰਦਾ ਤੁਹਾਡੀ ਉਹਦੇ ਵਿੱਚ। ਤੋ ਬਚਨਾ ਜਿਹੜਾ ਬਾਜ਼ੀਗਰ ਆ, ਉਹ ਇਸ ਕਹਾਣੀ ਦਾ ਪਾਤਰ, ਉਹ ਇਸੇ ਤਰ੍ਹਾਂ ਦਾ ਹੀ ਆ। ਤੇ ਉਸ ਕਹਾਣੀ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸ ਦੇਣਾ। ਅਸੀਂ ਦੇਖਦੇ ਹਾਂ ਕਿ ਨਾ ਉਹਦਾ ਇੱਕ ਭਰਾ ਬਚਨੇ ਦਾ, ਉਹ ਇਸ ਪੱਖ ਤੋਂ ਥੋੜਾ ਜਿਹਾ ਕਮਜ਼ੋਰ ਆ ਜੀ। ਉਹ ਆਪਣੇ ਜੱਤ ਸੱਤ ਨੂੰ ਕਾਇਮ ਨਹੀਂ ਰੱਖ ਪਾਉਂਦਾ, ਤੇ ਬਚਨਾ ਇਸ ਗੱਲ ਤੋਂ ਬਹੁਤ ਉਦਾਸ ਹੁੰਦਾ, ਬਹੁਤ ਦੁਖੀ ਹੁੰਦਾ। ਉਹ ਆਪਣੇ ਭਰਾ ਨੂੰ ਕੁੱਟਦਾ, ਬਹੁਤ ਬੁਰੀ ਤਰ੍ਹਾਂ ਕੁੱਟਦਾ, ਵੀ ਉਹ ਇਸ ਗੱਲ ਦਾ, ਉਸ ਨਿਯਮ ਨੂੰ ਤੋੜਦਾ। ਉਸ ਨਿਯਮ ਨੂੰ ਤੋੜਨ ਦੇ ਬਦਲੇ ਉਹ ਕੁੱਟਦਾ, ਉਹਨੂੰ ਮਰਨ ਤੱਕ ਪਹੁੰਚਾ ਦਿੰਦਾ। ਬਾਅਦ ਵਿੱਚ ਹਾਲਾਂਕਿ ਉਸਦੀ ਮੌਤ ਵੀ ਹੋ ਜਾਂਦੀ ਹੈ। ਹੁਣ ਉਹੀ ਬਚਨਾ ਦੇਖੋ ਤੁਸੀਂ, ਹੌਲੀ ਹੌਲੀ ਸਮਾਂ ਬਦਲਦਾ, ਉਹਦਾ ਕਸਬ ਵੀ ਹੌਲੀ ਹੌਲੀ ਚਲਾ ਜਾਂਦਾ, ਉਹ ਬੁੱਢਾ ਵੀ ਹੋ ਜਾਂਦਾ, ਉਸਦੀ ਪੋਤੀ ਨਾਲ ਬਲਾਤਕਾਰ ਹੋ ਜਾਂਦਾ। ਪਿੰਡ ਦੇ ਕੁਝ ਜਿਹੜੇ ਧਨਾੜ ਹੁੰਦੇ ਆ, ਪਟਵਾਰੀਆਂ ਦੇ ਕਾਕੇ, ਉਹ ਉਸਦੀ ਪੋਤੀ ਨਾਲ ਬਲਾਤਕਾਰ ਕਰ ਦਿੰਦੇ ਆ। ਉਹ ਬਲਾਤਕਾਰ ਦਾ ਇਨਸਾਫ ਲੈਣ ਲਈ ਉਹ ਦਰ ਕਚਹਿਰੀਆਂ ਦੇ ਵਿੱਚ ਜਾ ਰਿਹਾ, ਧੱਕੇ ਖਾ ਰਿਹਾ, ਹਰ ਰੋਜ਼ ਉਹਨੂੰ ਜਾਣਾ ਪੈਂਦਾ, ਪਰ ਉਹ ਨਿਰਾਸ਼ ਨਹੀਂ ਹੁੰਦਾ, ਉਦਾਸ ਨਹੀਂ ਹੁੰਦਾ। ਫਿਰ ਉਹ ਕੀ ਦੇਖਦਾ? ਉਹ ਦੇਖਦਾ ਸ਼ਹਿਰ ਦੇ ਵਿੱਚ ਇੱਕ ਜਲੂਸ ਕੱਢਿਆ ਜਾ ਰਿਹਾ, ਜਿਹਦੇ ਵਿੱਚ ਉਹ ਦੇਖਦਾ ਕਿ ਇੱਕ ਛੋਟੀ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਜਾਂਦਾ, ਤੇ ਜਿਹਦੇ ਰੋਸ ਵਜੋਂ ਸ਼ਹਿਰ ਦੇ ਵਿੱਚ ਜਲੂਸ ਕੱਢਿਆ ਜਾ ਰਿਹਾ। ਹੁਣ ਇਹ ਘਟਨਾ ਤੁਸੀਂ ਦੇਖੋਗੇ, ਆਸਿਫਾ ਕਾਂਡ ਜਿਹੜਾ ਸਾਡੇ ਪਿੱਛੇ ਵਾਪਰਿਆ ਸੀ, ਉਹਦੇ ਨਾਲ ਜੁੜਦੀ ਹੈ। ਬਚਨ ਨੂੰ ਲੱਗਦਾ ਕਿ ਚਲੋ ਮੇਰੀ ਪੋਤੀ ਨੂੰ ਇਨਸਾਫ ਨਹੀਂ ਮਿਲਦਾ, ਤਾਂ ਇਹ ਵੀ ਤਾਂ ਮੇਰੀ ਪੋਤੀ ਦੀ ਉਮਰ ਦੀ ਹੋਈ ਆ। ਉਹ ਉਹਨਾਂ ਦੇ ਨਾਲ ਚਲਾ ਜਾਂਦਾ ਸੰਘਰਸ਼ ਦੇ ਵਿੱਚ, ਮੋਮਬੱਤੀ ਮਾਰਚ ਆ ਜਾਂ ਜਿਹੜਾ ਵੀ ਸੰਘਰਸ਼ ਦਾ ਰੂਪ ਹੈਗਾ, ਉਹਦੇ ਵਿੱਚ ਸ਼ਮੂਲੀਅਤ ਕਰਦਾ ਆਪਦੀ। ਮੈਂ ਜਦੋਂ ਇਸ ਬਚਨੇ ਪਾਤਰ ਦਾ ਅਧਿਐਨ ਕੀਤਾ ਤਾਂ ਮੇਰੇ ਸਾਹਮਣੇ ਦੇਖੋ, ਜਦੋਂ ਅਸੀਂ ਕਿਸੇ ਪਾਤਰ ਦਾ ਪਿਛੋਕੜ ਦੇਖਦੇ ਆ ਜਾਂ ਜਾਣਦੇ ਆ ਨਾ, ਤਾਂ ਸਾਨੂੰ ਲੱਗਦਾ ਕਿ ਉਹਦੇ ਪਿੱਛੇ ਸਾਡੀਆਂ ਹੀ ਪਰੰਪਰਾਵਾਂ ਕੰਮ ਕਰਦੀਆਂ ਹੁੰਦੀਆਂ। ਮੇਰਾ ਮੰਨਣਾ ਹੈ ਕਿ ਭਾਰਤ ਦੇ ਵਿੱਚ ਅਸੀਂ ਰਹਿੰਦੇ ਆ ਜਾਂ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਆ, ਤੇ ਜਿਹੜਾ ਕੋਈ ਪਾਤਰ ਪੈਦਾ ਹੋ ਰਿਹਾ, ਉਹਦੇ ਜਿਹੜੇ ਭਾਵ ਆ, ਵਿਚਾਰ ਆ, ਉਹ ਸਾਡੀਆਂ ਪਰੰਪਰਾਵਾਂ ਦੇ ਵਿੱਚੋਂ ਹੀ ਆਏ ਆ। ਬਿਲਕੁਲ। ਬਚਨੇ ਕੋਲੇ ਜਿਹੜਾ ਕਸਬਾ ਬਾਜੀਗਰੀ ਦਾ, ਉਸ ਦੇ ਵਿੱਚ ਜਿਹੜਾ ਸਹਿਣਸ਼ੀਲਤਾ ਬਹੁਤ ਜ਼ਰੂਰਤ ਹੁੰਦੀ ਹੈ। ਬਾਜੀਗਰ ਕਸਬ ਦੇ ਲਈ ਸਹਿਣਸ਼ੀਲਤਾ ਦੀ ਸਭ ਤੋਂ ਵੱਧ ਜ਼ਰੂਰਤ ਆ, ਸੰਜਮ ਦੀ, ਹਾਰ ਨਾ ਮੰਨਣ ਦੀ, ਠੀਕ ਹੈ, ਨਿਰਾਸ਼ ਨਾ ਹੋਣ ਦੀ। ਇਹ ਜਿਹੜੀ ਉਹ ਪ੍ਰਵਿਰਤੀ ਆ, ਉਹਦੇ ਤੋਂ ਉਸ ਕਸਬ ਦੇ ਵਿੱਚੋਂ ਆਈ ਆ। ਜੇ ਉਹ ਇਸ ਕਸਬ ਨਾਲ ਨਾ ਜੁੜਿਆ ਹੁੰਦਾ, ਕਿਸੇ ਹੋਰ ਕਸਬ ਨਾਲ ਜੁੜਿਆ ਹੁੰਦਾ, ਤਾਂ ਉਸ ਦੀ ਪ੍ਰਵਿਰਤੀ ਹੋਰ ਤਰ੍ਹਾਂ ਦੀ ਹੋ ਸਕਦੀ ਸੀ, ਪਰ ਇਸ ਕਸਬ ਨਾਲ ਬਹੁਤ ਡੂੰਘੀ ਤਰ੍ਹਾਂ ਜੁੜਿਆ ਹੋਣ ਕਰਕੇ ਉਹਦੇ ਵਿੱਚ ਇਹ ਪ੍ਰਵਿਰਤੀ ਇੰਨੇ ਡੂੰਘੇ ਰੂਪ 'ਚ ਹੈ ਕਿ ਉਹ ਨਿਰਾਸ਼ ਨਹੀਂ ਹੁੰਦਾ, ਉਹ ਆਸ਼ਾਵਾਦੀ ਰਹਿੰਦਾ। ਤੇ ਮੈਂ ਸਮਝਦਾ ਜਦੋਂ ਕੋਈ ਰਚਨਾ ਸਾਨੂੰ ਆਸ਼ਾਵਾਦੀ ਹੋਣ ਦਾ ਪਾਠ ਪੜਾਉਂਦੀ ਆ, ਤੇ ਇਹ ਆਪਣੇ ਆਪ 'ਚ ਹੀ ਇੱਕ ਸਫਲ ਮੰਨੀ ਜਾਂਦੀ ਹੈ। ਤਾਂ ਇਹੀ ਕਾਰਨ ਆ ਉਹਦੇ ਨਾ ਹਾਰ ਨਾ ਮੰਨਣ ਦਾ ਤੇ ਸੰਘਰਸ਼ੀਲ ਹੋਣ ਦਾ, ਕਿਉਂਕਿ ਉਹ ਉਸ ਕਸਬ ਨਾਲ ਜੁੜਿਆ ਵਾ, ਆਪਣੇ ਕਸਬ ਦੇ ਵਿੱਚੋਂ ਉਹ ਚੇਤਨਾ ਲੈ ਰਿਹਾ। ਹਾਂਜੀ। ਤੇ ਮੈਂ ਸਮਝਦਾ ਵੀ ਇੱਕ ਉਹਦੇ ਵਿੱਚ ਮਨੁੱਖਤਾ ਨਾਂ ਦੀ ਚੀਜ਼ ਵੀ ਹੈ।
ਬਿਲਕੁਲ ਉਸ ਕਾਫਲੇ ਦੇ ਨਾਲ ਤੁਰਦਾ ਹੈ, ਜੋ ਬਿਲਕੁਲ ਉਹੋ ਜਿਹੇ ਮਤਲਬ ਜੋ ਕੁਝ ਹੋਇਆ ਉਹਦੇ ਨਾਲ ਉਹੋ ਜਿਹੇ ਕਾਰਨਾਮੇ ਲਈ ਜਿਹੜੇ ਜਾ ਰਹੇ ਨੇ, ਸੰਘਰਸ਼ ਲਈ ਜਾ ਰਹੇ ਨੇ ਲੋਕ ਉਹਨਾਂ ਦੇ। ਦੇਖੋ ਇਹ ਜਿਹੜੀ ਮਨੁੱਖਤਾ ਨਾ ਤੁਸੀਂ ਗੱਲ ਕੀਤੀ ਹੈ, ਇਹ ਹੈਗੀ ਹੈ ਸਾਡਾ ਸਮਾਂਤਵਾਦੀ, ਜਿਹਨੂੰ ਅਸੀਂ ਕਹਿੰਦੇ ਜਗੀਰੂ ਸਮਾਂ ਸੀਗਾ ਨਾ, ਕਲਚਰ ਸੀਗਾ, ਉਸ ਦੇ ਵਿੱਚ ਇੱਕ ਸਭ ਤੋਂ ਵੱਡਾ ਗੁਣ ਮੈਂ ਮੰਨਦਾ, ਉਹਦੀਆਂ ਬਹੁਤ ਸਾਰੀਆਂ ਬੁਰਾਈਆਂ ਸੀਗੀਆਂ ਜਗੀਰੂ ਸਮਾਜ ਦੀਆਂ ਜਾਂ ਜਗੀਰੂ ਪ੍ਰਬੰਧ ਦੀਆਂ, ਜਗੀਰੂ ਨੈਤਿਕਤਾ ਦੀਆਂ, ਪਰ ਉਹਦਾ ਸਭ ਤੋਂ ਵੱਡਾ ਗੁਣ ਮੈਂ ਮੰਨਦਾ ਜਿਹੜੀ ਉਹਦੀ ਮਨੁੱਖਤਾ ਨਾਲ ਪਿਆਰ, ਰਿਸ਼ਤਿਆਂ ਨਾਲ ਪਿਆਰ, ਉਹ ਸਾਡੇ ਸਮਕਾਲ ਦੇ ਵਿੱਚ ਪੂੰਜੀਵਾਦੀ ਦੌਰ 'ਚ ਆ ਕੇ ਬਿਲਕੁਲ ਖਤਮ ਹੋ ਜਾਂਦਾ। ਉਹ ਬਚਨੇ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਵਾ। ਪਿੰਡ ਦੇ ਲੋਕਾਂ ਦੀ ਇੱਜ਼ਤ ਕਰਨੀ, ਧੀਆਂ ਭੈਣਾਂ ਦੀ ਇੱਜ਼ਤ ਕਰਨੀ, ਵੱਡਿਆਂ ਦਾ ਨਾਲ ਪਿਆਰ ਸਤਿਕਾਰ, ਉਸੇ ਤਰ੍ਹਾਂ ਦੀ ਹੀ ਆਸ ਕਰਨੀ। ਹਾਲਾਂਕਿ ਦੂਜੇ ਸਾਰੇ ਪੂੰਜੀਵਾਦੀ ਪ੍ਰਬੰਧਾਂ 'ਚ ਢਲ ਚੁੱਕੇ ਆ, ਉਹਨਾਂ ਨੂੰ ਇਸ ਗੱਲਾਂ ਦਾ ਕੋਈ ਫਰਕ ਨਹੀਂ, ਪਰ ਉਹ ਆਪਣੇ ਕਸਬ ਨਾਲ ਜੁੜਿਆ ਹੋਣ ਕਰਕੇ ਉਸ ਨੂੰ ਕਸਬ ਦੀ ਵੀ ਇੱਜ਼ਤ ਆ ਤੇ ਉਸ ਨਾਲ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਵੀ ਇੱਜ਼ਤ ਆ। ਬਿਲਕੁਲ। ਦੋਸਤੋ, ਹਾਰੀ ਨਾ ਬਚਨਿਆ ਕਹਾਣੀ ਸੰਗ੍ਰਹਿ ਵਿੱਚ, ਜੋ ਗੁਰਮੀਤ ਕੜਿਆਲਵੀ ਦਾ ਕਹਾਣੀ ਸੰਗ੍ਰਹਿ, ਉਸ ਵਿੱਚ 8 ਕਹਾਣੀਆਂ ਗੁਰਮੀਤ ਕੜਿਆਲਵੀ ਜੀ ਨੇ ਲਿਖੀਆਂ। ਤੇ ਜਿਵੇਂ ਤੂੰ ਜਾ ਡੈਡੀ ਦੀ ਅਸੀਂ ਗੱਲ ਕਰੀਏ, ਇਹਦੇ ਵਿੱਚ ਇੱਕ ਕਹਾਣੀ ਹੈ ਤੂੰ ਜਾ ਡੈਡੀ। ਸੋ ਮੈਂ ਡਾਕਟਰ ਹਰਿੰਦਰ ਜੀ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜੋ ਸਾਹਿਤਕਾਰ ਹੈ ਉਹਨੇ ਆਪਦੇ ਜਿਹੜੇ ਪਾਤਰ ਹੈਗੇ ਆ ਉਹ ਸਾਡੇ ਸਮਾਜ ਚੋਂ ਹੀ ਲੈਣੇ ਹੁੰਦੇ ਜੀ, ਠੀਕ ਹੈ, ਉਹਨਾਂ ਨੂੰ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਪੇਸ਼ ਕਰਨਾ ਹੁੰਦਾ ਹੈ ਜੀ, ਤੇ ਨਾਇਕ ਬਣਾ ਕੇ ਹੀ ਪੇਸ਼ ਕਰਨਾ ਹੁੰਦਾ। ਸੋ ਤੂੰ ਜਾ ਡੈਡੀ ਜਿਹੜਾ ਕਹਾਣੀ ਹੈ ਕੜਿਆਲਵੀ ਜੀ ਦੀ ਹੈ, ਇਸ ਬਾਰੇ ਤੁਸੀਂ ਦੱਸੋ ਕਿ ਇਹ ਕਿਸ ਤਰ੍ਹਾਂ ਦੇ ਪਾਤਰ ਲੈ ਕੇ ਉਹਨਾਂ ਨੇ ਇਸ ਨੂੰ ਅੰਜਾਮ ਦਿੱਤਾ ਔਰ ਕਿੰਨਾ ਇਹਦੇ ਵਿੱਚ ਉਹਨਾਂ ਨੇ ਇਨਸਾਫ ਕੀਤਾ ਹੈ। ਹਾਂਜੀ, ਦੇਖੋ ਜਦੋਂ ਅਸੀਂ ਕਿਸੇ ਕਹਾਣੀ ਦਾ ਨਾਮ ਪੜ੍ਹਦੇ ਆ ਨਾ, ਪਹਿਲਾਂ ਤਾਂ ਜਦੋਂ ਮੈਂ ਪੜ੍ਹਦਾ, ਮੈਂ ਆਪਣੀ ਗੱਲ ਹੀ ਕਰਾਂਗਾ ਤੇ ਕਿਉਂਕਿ ਮੈਂ ਵੀ ਇੱਕ ਪਾਠਕ ਵਜੋਂ ਹੀ ਗੱਲ ਕਰ ਰਿਹਾ ਇੱਥੇ ਜੀ, ਤਾਂ ਜਦੋਂ ਇੱਕ ਪਾਠਕ ਵਜੋਂ ਮੈਂ ਕਿਸੇ ਵੀ ਕਹਾਣੀ ਦਾ ਜਾਂ ਕਹਾਣੀ ਸੰਗ੍ਰਹਿ ਦਾ ਨਾਮ ਪੜ੍ਹਦਾ ਤਾਂ ਮੇਰੇ ਮਨ ਦੇ ਵਿੱਚ ਉਤਸੁਕਤਾ ਹੁੰਦੀ ਆ ਉਸ ਕਹਾਣੀ ਦੇ ਨਾਮ ਨੂੰ, ਕਹਾਣੀ ਦੇ ਵਿਸ਼ੇ ਦੇ ਨਾਲ ਇੱਕ ਮੇਲ ਕੇ ਇੱਕ ਖਾਸ ਤਰ੍ਹਾਂ ਦਾ ਵਿਚਾਰ ਉਸਾਰਨ ਦੀ। ਮੈਨੂੰ ਲੱਗਦਾ ਹੁੰਦਾ ਕਿ ਕਹਾਣੀ ਦਾ, ਹੁਣ ਜੇ ਤੁਸੀਂ ਇਹ ਤੂੰ ਜਾ ਡੈਡੀ ਕਹਾਣੀ ਦੀ ਗੱਲ ਕਰਦੇ ਹੋ ਨਾ, ਜਦੋਂ ਮੈਂ ਪਹਿਲੀ ਵਾਰ ਇਹ ਕਹਾਣੀ ਦਾ ਨਾਮ ਪੜ੍ਹਿਆ ਵੀ ਤੂੰ ਜਾ ਡੈਡੀ, ਮੈਂ ਕਿਹਾ ਵੀ ਕੋਈ ਬੱਚਿਆਂ ਦੀ ਗੱਲਬਾਤ ਨਾ, ਇੱਕ ਤਾਂ ਆਪਾਂ ਨੂੰ ਇਹ ਪਤਾ ਲੱਗਦਾ, ਪਰ ਜਦੋਂ ਮੈਂ ਕਹਾਣੀ ਪੜ੍ਹੀ ਤਾਂ ਮੈਨੂੰ ਲੱਗਿਆ ਕਿ ਜਿਹੜਾ ਸਮਕਾਲੀ ਦੌਰ ਦਾ ਸਭ ਤੋਂ ਵੱਡਾ ਸਵਾਲ ਇਸ ਕਹਾਣੀ ਦੇ ਵਿੱਚ ਉਠਾਇਆ ਗਿਆ, ਮੈਂ ਇਹਨੂੰ ਸਮਝਦਾ। ਦੇਖੋ, ਇੱਕ ਪਾਸੇ ਸਾਡੇ ਉਹ ਲੋਕ ਨੇ ਜਿਹੜੇ ਕਿਸੇ ਵੀ ਸਮਾਜ ਦੇ ਕੰਮਾਂ ਨਾਲ ਜੁੜ ਕੇ ਸੰਘਰਸ਼ ਕਰ ਰਹੇ ਨੇ, ਕੋਈ ਜਥੇਬੰਦੀ 'ਚ ਕੰਮ ਕਰ ਰਿਹਾ, ਕੋਈ ਕਮਿਊਨਿਸਟ ਲਹਿਰ ਦੇ ਵਿੱਚ ਕੰਮ ਕਰ ਰਿਹਾ ਹੈ ਨਾ, ਕੋਈ ਕਿਸਾਨੀ ਜਥੇਬੰਦੀ 'ਚ ਜਾਂ ਕਿਸੇ ਵੀ ਜਥੇਬੰਦੀ 'ਚ ਕੰਮ ਕਰ ਰਿਹਾ, ਕੋਈ ਪਾਰਟੀ ਦਾ ਕੋਈ ਹੋਲ ਟਾਈਮਰ ਆ, ਜਾਂ ਉਹਨਾਂ ਦੇ ਲਈ ਸਭ ਤੋਂ ਵੱਡੀ ਸਮੱਸਿਆ ਇੱਕ ਇਹ ਆ ਕਿ ਉਹਨਾਂ ਦੀ ਜਿਹੜੀ ਔਲਾਦ ਆ ਉਹ ਉਸ ਢੰਗ ਨਾਲ ਉਸ ਸੰਘਰਸ਼ ਦਾ ਉਹਨਾਂ ਦੇ ਝੰਡਾ ਬਰਦਾਰ ਨਹੀਂ ਬਣਦੇ ਕਿ ਆਪਣੇ ਪਿਓ ਜਾਂ ਦਾਦੇ ਦੀ ਕੋਈ ਇਸ ਤਰ੍ਹਾਂ ਦੀ ਵਿਰਾਸਤ ਹੋਵੇ, ਉਹਨਾਂ ਦੀ ਇਨਕਲਾਬੀ ਵਿਰਾਸਤ ਹੋਵੇ, ਸੰਘਰਸ਼ਸ਼ੀਲ ਵਿਰਾਸਤ ਹੋਵੇ, ਉਹਨੂੰ ਅੱਗੇ ਲੈ ਕੇ ਜਾਣ ਵਾਲੇ ਬਹੁਤ ਘੱਟ ਨੌਜਵਾਨ ਹੋਣਗੇ ਜਿਹੜੇ ਆਪਣੇ ਬਾਪ ਜਾਂ ਦਾਦੇ ਵਾਂਗ ਉਸੇ ਰਾਹ ਤੇ ਚੱਲੇ ਹੋਣਗੇ। ਇਸ ਕਹਾਣੀ ਦੇ ਵਿੱਚ ਇਸ ਤਰ੍ਹਾਂ ਦਾ ਹੀ ਮਸਲਾ ਉਠਾਇਆ ਗਿਆ। ਜਿਹੜਾ ਕਹਾਣੀ ਦਾ ਮੁੱਖ ਪਾਤਰ ਹੀ ਮੈਂ ਕਹਾਂਗਾ, ਨਾਇਕ ਨਹੀਂ, ਨੌਜਵਾਨ ਮੁੰਡਾ ਦਿਖਾਇਆ, ਉਹ ਨਸ਼ਿਆਂ ਦੇ ਚੁੰਗਲ ਦੇ ਵਿੱਚ ਫਸਿਆ ਵਾ, ਪਰ ਉਸਦਾ ਬਾਪ ਆ ਜਿਹੜਾ ਉਹ ਬੜਾ ਹੀ ਸੰਘਰਸ਼ੀਲ, ਜਿਹੜਾ ਆਪਣੇ ਲੋਕ ਮਸਲਿਆਂ ਲਈ, ਕਿਸਾਨੀ ਮਸਲਿਆਂ ਲਈ ਜਾਂ ਕੋਈ ਵੀ ਸਮਾਜਿਕ ਜਿਹੜੇ ਆਪਾਂ ਕਹਿ ਸਕਦੇ ਹਾਂ ਮਸਲਿਆਂ ਦੇ ਖਿਲਾਫ ਉਹ ਆਵਾਜ਼ ਉਠਾਉਣ ਵਾਲਾ ਚੇਤਨ ਪਾਤਰ ਜੀ। ਤੇ ਉਹਦਾ ਪੁੱਤਰ ਦੇਖੋ ਤੁਸੀਂ ਨਸ਼ਿਆਂ ਦੇ ਵਿੱਚ ਗਲਤਾਨ ਆ। ਹੁਣ ਮੈਂ ਸਮਝਦਾ ਕਿ ਇਹ ਕਿਵੇਂ ਹੋ ਸਕਦਾ, ਇਹਦਾ ਕਾਰਨ ਜਦੋਂ ਮੈਂ ਸਮਝਣ ਦੀ ਕੋਸ਼ਿਸ਼ ਕੀਤੀ, ਜਾਂ ਮੈਂ ਕਹਾਣੀ ਨੂੰ ਪੜ੍ਹਦਿਆਂ ਜਾਂ ਮੈਂ ਆਸੇ-ਪਾਸੇ ਵਿਚਰਦੇ ਲੋਕਾਂ ਨਾਲ ਦੇਖਦਿਆਂ ਮੈਂ ਜਦੋਂ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਲੱਗਿਆ ਕਿ ਇਹ ਲੋਕ ਸਮਾਜ ਲਈ ਹੀ ਲੱਗੇ ਰਹਿੰਦੇ ਨੇ ਵਿਚਾਰੇ 24 ਘੰਟੇ। ਉਹਨਾਂ ਨੂੰ ਸਮਾਜ ਦਾ ਹੀ ਸਾਰਾ ਕੁਝ, ਦੁੱਖ ਤਕਲੀਫਾਂ ਸਮਾਜ ਦੀਆਂ ਹੀ ਸੁਝਦੀਆਂ। ਕਿਸੇ ਧਰਨੇ ਮੁਜ਼ਾਹਰੇ ਤੇ ਜਾਣਾ, ਕਿਸੇ ਦਾ ਵਿਰੋਧ ਕਰਨ ਜਾਣਾ, ਜਾਂ ਕਿਸੇ ਨੂੰ ਕੋਈ ਇਨਸਾਫ ਦਿਵਾਉਣ ਜਾਣਾ, ਉਹ ਘਰ
ਦੇ ਵਿੱਚ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਟਾਈਮ ਨਹੀਂ ਦੇ ਪਾਉਂਦੇ, ਘਰ ਗੌਣ ਹੋ ਜਾਂਦਾ ਨਾ। ਹਾਂਜੀ ਹਾਂ ਬਿਲਕੁਲ। ਤੇ ਇਸ ਕਾਰਨ ਫਿਰ ਕੀ ਹੋ ਜਾਂਦਾ, ਉਹ ਬੱਚੇ ਆਪ ਮੁਹਾਰੇ ਹੋ ਤੁਰਦੇ ਆ, ਉਹਨਾਂ ਦੇ ਵਿੱਚ ਇੰਨੀ ਸਮਝ ਨਹੀਂ ਹੁੰਦੀ ਕਿ ਉਹ ਆਪਣੇ ਬਾਪ ਜਾਂ ਦਾਦੇ ਦੀ ਉਸ ਵਿਰਾਸਤ ਨੂੰ ਕਾਇਮ ਰੱਖ ਸਕਣ। ਦੂਜੀ ਗੱਲ, ਇੱਕ ਸਭ ਤੋਂ ਵੱਡੀ ਜਿਹੜੀ ਸੁਚੇਤ ਰੂਪ ਦੇ ਵਿੱਚ ਵਾਪਰਦੀ ਆ, ਉਹ ਮੈਂ ਸਮਝਦਾ ਕਿ ਜਿਹੜੀ ਸਾਡੀ ਸਿਆਸੀ ਗੱਠਜੋੜ ਆ ਜਾਂ ਸੱਤਾ ਜਿਹਨੂੰ ਅਸੀਂ ਕਹਿ ਦਿੰਦੇ ਆ, ਉਹ ਇਹੋ ਜਿਹੇ ਨੌਜਵਾਨਾਂ ਨੂੰ ਆਪਣੇ ਹੱਕ ਦੇ ਵਿੱਚ ਕਰਕੇ ਰੱਖਦੀ ਆ। ਉਹਨਾਂ ਨੂੰ ਇਹੋ ਜਿਹੇ ਨੌਜਵਾਨਾਂ ਨੂੰ ਵਰਗਲਾਉਣਾ ਸੌਖਾ। ਉਹਦਾ ਬਾਪ ਦੇਖੋ ਤੁਸੀਂ, ਇਹਦੇ ਚ ਨਾ ਬੜਾ ਕਮਾਲ ਦਾ ਬਿਰਤਾਂਤ ਸਿਰਜਿਆ ਕਹਾਣੀ ਦੇ ਵਿੱਚ। ਬਾਪ ਉਹਦਾ ਜਾਂਦਾ ਹੈਗਾ ਪੁਲਿਸ ਪ੍ਰਸ਼ਾਸਨ ਨਾਲ ਆਡਾ ਲਾਉਣ ਜਾਂਦਾ, ਕਿਤੇ ਕਿਸੇ ਦਾ ਨਜਾਇਜ਼ ਕਬਜ਼ਾ ਛਡਵਾਉਣ ਜਾਂਦਾ, ਕਿਤੇ ਜ਼ਮੀਨਾਂ ਜਾਂ ਉਹ ਫਸਲਾਂ ਦੇ ਭਾਅ ਵਧਾਉਣ ਵਾਸਤੇ ਕੋਈ ਉਹਨਾਂ ਨੇ ਜਾਣਾ, ਕੋਈ ਬੈਂਕ ਦੀ ਕੁਰਕੀ ਰਕਵਾਉਣ ਵਾਸਤੇ ਧਰਨਾ ਮੁਜ਼ਾਹਰਾ ਕਰਨਾ, ਭੁੱਖੇ ਪੇਟ ਜਾਂਦਾ ਉਹ ਧਰਨਿਆਂ ਮੁਜ਼ਾਹਰਿਆਂ ਤੇ ਇਸ ਤਰ੍ਹਾਂ। ਤੇ ਦੂਜੇ ਪਾਸੇ ਇੱਕ ਬਿਰਤਾਂਤ ਆ, ਉਹਦਾ ਬੱਚਾ ਜਿਹੜਾ ਬੇਟਾ ਘਰੇ ਕੀ ਕਰਦਾ, ਬੁਲਟ ਮੋਟਰਸਾਈਕਲ ਲੈਣ ਦੀ ਜਿੱਦ ਕਰਦਾ, ਮੋਬਾਈਲ ਫੋਨ ਲੈਣ ਦੀ ਜਿੱਦ ਕਰਦਾ, ਫਿਰ ਉਹ ਆਪਦੇ ਜੁੰਡਲੀ ਦੇ ਨਾਲ ਮਿਲ ਕੇ ਮੀਟ ਸ਼ਰਾਬ ਪੀ ਕੇ, ਠੀਕ ਹੈ, ਉਹ ਨਜਾਇਜ਼ ਕਬਜ਼ੇ ਪੁਲਿਸ ਦੀ ਮਿਲੀ ਭੁਗਤ ਨਾਲ, ਇੱਥੇ ਇੱਕ ਖਾਸ ਤੌਰ ਤੇ ਜ਼ਿਕਰ ਆ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਉਹ ਨਜਾਇਜ਼ ਕਬਜ਼ੇ ਵਗੈਰਾ ਲੈਣ ਜਾਂਦੇ ਆ। ਹੁਣ ਦੋਨੇ ਬਿਰਤਾਂਤ ਉਲਟ ਆ। ਬਾਪ ਆ ਜਿਹੜਾ ਜੋ ਕੁਛ ਕਰ ਰਿਹਾ, ਪੁੱਤਰ ਉਸ ਤੋਂ ਉਲਟ ਕਰ ਰਿਹਾ। ਬਾਪ ਭੁੱਖੇ ਢਿੱਡ ਧਰਨੇ 'ਚ ਜਾ ਰਿਹਾ, ਪੁੱਤਰ ਮੀਟ ਸ਼ਰਾਬ ਪੀ ਕੇ ਦਿਖਾਇਆ ਜਾ ਰਿਹਾ। ਉਹ ਦਿਖਾਇਆ ਜਾ ਰਿਹਾ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਵਾਪਰ ਰਿਹਾ। ਤੋ ਜਿਹੜੀ ਪੁਲਿਸ ਆ ਜਾਂ ਕਾਰਪੋਰੇਟ ਜਗਤ ਆ, ਇਹ ਸੱਤਾ ਦੇ ਇੱਕ ਖਾਸ ਅੰਗ ਨੇ, ਪਿਆਦੇ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤੋ ਇਹਨਾਂ ਦੇ ਨਾਲ ਮਿਲ ਕੇ ਸੱਤਾ ਇਸ ਤਰ੍ਹਾਂ ਦਾ ਤੰਤਰ ਰਚਦੀ ਹੈ ਕਿ ਉਹ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਵਰਗਲਾ ਕੇ ਆਪਣੇ ਨਾਲ ਲਾ ਲੈਂਦੀ, ਉਹਨਾਂ ਨੂੰ ਕੁਝ ਹਸੀਨ ਸੁਪਨੇ ਦਿਖਾਏ ਜਾਂਦੇ ਆ। ਤੋ ਇਸ ਕਹਾਣੀ ਦੇ ਵਿੱਚ ਹਾਲਾਂਕਿ ਉਹ ਨੌਜਵਾਨ ਮੁੰਡਾ ਨਸ਼ਿਆਂ ਦੇ ਵਿੱਚ ਗਲਤਾਨ ਆ, ਪਰ ਜਦੋਂ ਆਸੇ-ਪਾਸੇ ਦੇਖਦਾ, ਉਹਨਾਂ ਲੋਕਾਂ ਨੂੰ ਦੇਖਦਾ ਜਿਹੜੇ ਬਿਲਕੁਲ ਜ਼ੀਰੋ ਲੈਵਲ ਤੋਂ ਉੱਠ ਕੇ ਸੱਤਾ ਦੀਆਂ ਪੌੜੀਆਂ ਵੀ ਚੜ੍ਹ ਰਹੇ ਨੇ, ਠੀਕ ਹੈ, 2-3 ਪਾਤਰ ਉਹਦੇ ਪਿੰਡ ਦੇ ਨੇ ਜਿਹੜੇ ਉਹਨੂੰ ਹੱਲਾਸ਼ੇਰੀ ਦੇਣ ਆਉਂਦੇ ਹਸਪਤਾਲ ਦੇ ਵਿੱਚ, ਉਹ ਨਸ਼ੇ ਜਦੋਂ ਛੱਡਣ ਲਈ ਦਾਖਲ ਹੋਇਆ ਹੁੰਦਾ, ਤੇ ਉਹਨੂੰ ਲੱਗਦਾ ਕਿ ਇਹ ਪਾਤਰ ਤਾਂ ਮੇਰੇ ਬਾਪ ਦੇ ਸਾਹਮਣੇ ਕੁਝ ਵੀ ਨਹੀਂ, ਤੇ ਮੇਰਾ ਬਾਪ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਵਿਚਾਰਾ ਬਣਿਆ ਖੜਾ, ਉਹ ਮੇਰੇ ਕਰਕੇ ਬਣਿਆ ਖੜਾ। ਚਲੋ ਉਹਨੂੰ ਅਹਿਸਾਸ ਹੁੰਦਾ, ਉਹ ਇਸ ਤੋਂ ਅਚੇਤ ਰੂਪ ਦੇ ਵਿੱਚ ਕਹਿ ਲਓ ਜਾਂ ਸੁਚੇਤ ਰੂਪ ਦੇ ਵਿੱਚ ਕਹਿ ਲਓ, ਉਹਦੇ ਮਨ ਦੇ ਵਿੱਚ ਗੱਲ ਇੱਕ ਸਟ੍ਰਾਈਕ ਕਰਦੀ ਆ। ਉਹ ਇਧਰੋਂ ਮੁੜਦਾ ਦਿਖਾਇਆ ਕਹਾਣੀਕਾਰ ਨੇ ਕਿ ਉਹਨੂੰ ਲੱਗਦਾ ਕਿ ਇਹ ਗੱਲ ਮੇਰੀ ਇਸ ਤਰ੍ਹਾਂ ਠੀਕ ਨਹੀਂ। ਚਲੋ ਮੈਂ ਸਮਝਦਾ ਕਿ ਕਈ ਲੋਕ ਇਸ ਨੂੰ ਆਦਰਸ਼ਵਾਦ ਕਹਿ ਸਕਦੇ ਹੋਣਗੇ ਕਿ ਇਹ ਕੋਈ ਆਦਰਸ਼ਵਾਦ ਹੁੰਦਾ ਕਿ ਕੋਈ ਬੰਦਾ ਨਸ਼ੇ ਕਰਦਾ ਜੀ ਜਾਂ ਕੋਈ ਬੁਰੇ ਕੰਮ ਕਰਦਾ ਤੇ ਉਹਨੂੰ ਬਦਲਾਅ ਆ ਸਕਦਾ ਬੰਦੇ ਦੇ ਵਿੱਚ। ਪਰ ਸਥਿਤੀਆਂ ਦੇ ਵਿੱਚ ਜਦੋਂ ਵਿਚਰਦਾ ਬੰਦਾ, ਜਦੋਂ ਦੇਖਦਾ ਆਸੇ-ਪਾਸੇ ਹਾਲਾਤ ਦੇਖਦਾ, ਤੇ ਉਹਦੇ ਵਿੱਚ ਬਦਲਾਅ ਆਉਣਾ ਜ਼ਰੂਰੀ ਆ। ਬਦਲਾਅ ਕੁਦਰਤ ਦਾ ਨਿਯਮ ਆ, ਤੇ ਉਹ ਕਹਾਣੀ ਦਾ ਜਿਹੜਾ ਨੌਜਵਾਨ ਆ ਉਹਦੇ ਵਿੱਚ ਵੀ ਬਦਲਾਅ ਆਊਗਾ। ਇਹ ਉਸ ਦੇ ਵਿੱਚ ਹੀ ਨਹੀਂ, ਮੈਂ ਸਮਝਦਾ ਕਿ ਪੂਰੇ ਨੌਜਵਾਨ ਵਰਗ ਦੇ ਵਿੱਚ ਹੀ ਬਦਲਾਅ ਆਊਗਾ, ਆਉਣਾ ਵੀ ਚਾਹੀਦਾ। ਇਹ ਜਿਹੜਾ ਸਮਕਾਲੀ ਹੁਣ ਮਸਲਾ ਤੁਸੀਂ ਦੇਖੋਗੇ ਕਿਸਾਨੀ ਸੰਕਟ ਦੇ ਨਾਲ ਤੇ ਜਿਹੜਾ ਭਖਿਆ ਹੋਇਆ ਮਸਲਾ ਪੰਜਾਬ ਦਾ, ਉਹਦੇ ਵਿੱਚ ਨੌਜਵਾਨਾਂ ਦੀ ਜਿਹੜੀ ਸ਼ਮੂਲੀਅਤ ਆ ਉਹ ਦਰਸਾ ਰਹੀ ਆ ਕਿ ਉਹ ਨਸ਼ੇ ਹੀ ਨਹੀਂ ਕਰਦੇ। ਜਿਨ੍ਹਾਂ ਤੇ ਇਲਜ਼ਾਮ ਲਾਇਆ ਜਾਂਦਾ ਨਾ ਕਿ ਨਸ਼ੇ ਕਰਕੇ ਜੀ ਤਾਂ ਉਹ ਹੁੰਦੇ ਆ, ਉਹ ਚੇਤਨ ਵੀ ਹੋ ਰਹੇ ਨੇ, ਦਿਖਾ ਰਹੇ ਨੇ, ਉਹ ਆਪਣਾ ਆਪ ਸ਼ਮੂਲੀਅਤ ਕਰ ਰਹੇ ਨੇ। ਇਹ ਮੈਂ ਸਮਝਦਾ ਸ਼ੁਭ ਸ਼ਗਨ ਆ। ਗੁਰਮੀਤ ਕੜਿਆਲਵੀ ਨੇ ਆਪਣੀਆਂ ਕਹਾਣੀਆਂ 'ਚ ਇਸ ਤਰ੍ਹਾਂ ਦੇ ਸਮਕਾਲੀ ਮਸਲਿਆਂ ਨੂੰ ਉਠਾਇਆ। ਡਾਕਟਰ ਹਰਿੰਦਰ, ਜਿਵੇਂ ਦੇਖਿਆ ਜਾਵੇ ਕਿ ਇਸ ਕਹਾਣੀ ਸੰਗ੍ਰਹਿ ਵਿੱਚ ਕਿੰਨੇ ਵਧੀਆ ਨਾਮ ਇਹਨਾਂ ਨੇ ਆਪਣੀਆਂ ਕਹਾਣੀਆਂ ਦੇ ਰੱਖੇ ਆ। ਹਾਂਜੀ ਹਾਂਜੀ। ਕੀ ਕਰਾਂ, ਤੂੰ ਜਾ ਡੈਡੀ, ਤੇ ਹਾਰੀ ਨਾ ਬਚਨਿਆ ਜੀ, ਅਲਵਿਦਾ ਬਿੱਕਰ ਸਿੰਘ, ਸ਼ਿਲਤਰਾਂ। ਹਾਂਜੀ ਹਾਂ ਬਿਲਕੁਲ। ਸ਼ਿਲਤਰਾਂ ਤੋਂ ਕਹਾਣੀ ਤੋਂ ਮੈਨੂੰ ਨਾਲ ਹੀ ਤੁਹਾਡੇ ਯਾਦ ਆਈ ਹੈ ਗੱਲ ਕਿ ਇਹ ਦੇਖੋ ਕਿ ਕੋਈ ਲੇਖਕ ਜਾਂ ਹਨਾ ਆਪਣੀ ਰਚਨਾ ਦੇ ਵਿੱਚ ਸਮਕਾਲੀ ਮਸਲਿਆਂ ਨੂੰ ਮੈਂ ਸਮਝਦਾ ਕਿਵੇਂ ਲੈ ਕੇ ਆਉਂਦਾ। ਵੈਸੇ ਤਾਂ ਇਹ ਮੰਨਿਆ ਜਾਂਦਾ ਕਿ ਜਿਹੜੀ ਕਵਿਤਾ ਹੁੰਦੀ ਹੈ ਉਹ ਸਭ ਤੋਂ ਜਿਹੜਾ ਜਲਦੀ ਫੌਰੀ ਪ੍ਰਤੀਕਰਮ ਕਿਸੇ ਘਟਨਾ ਦਾ ਜਾਂ ਕਿਸੇ ਮਸਲੇ ਦਾ ਫੌਰੀ ਪ੍ਰਤੀਕਰਮ ਜਿਹੜੀ ਕਵਿਤਾ ਨੂੰ ਮੰਨਿਆ ਜਾਂਦਾ ਨਾ। ਨਾਵਲ ਕਿਉਂਕਿ ਬਹੁਤ ਵੱਡਾ ਹੁੰਦਾ, ਉਹਨੂੰ ਲਿਖਣ ਤੇ ਵੀ ਸਮਾਂ ਲੱਗਦਾ, ਪਾਤਰਾਂ ਦਾ ਜਾਂ ਹੋਰ ਸਾਰਾ ਉਹਦਾ ਚੌਕਟਾ ਵੱਡਾ ਹੁੰਦਾ, ਤੇ ਕਹਾਣੀ ਦੇ ਵਿੱਚ ਇਹ ਸੰਭਵ ਹੈ, ਹੋ ਸਕਦਾ। ਗੁਰਮੀਤ ਕੜਿਆਲਵੀ ਨੇ ਕੀਤਾ। ਸ਼ਿਲਤਰਾਂ ਕਹਾਣੀ ਦੀ ਆਪਾਂ ਨਾ ਗੱਲ ਕਰਦੇ ਆ, ਜਿਵੇਂ
ਜਿਹੜਾ ਪਿੱਛੇ ਜੇ ਸਾਡੇ ਦਲਿਤਾਂ ਦਾ ਇੱਕ ਬੜਾ ਵੱਡਾ ਸੰਘਰਸ਼ ਚੱਲਿਆ ਸੀਗਾ, ਜ਼ਮੀਨੀ ਸੰਘਰਸ਼, ਪੰਚਾਇਤੀ ਜ਼ਮੀਨ 'ਚੋਂ ਆਪਣਾ ਹੱਕ ਲੈਣ ਲਈ। ਜਲੂਰ ਵਰਗੇ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਸੁਣਿਆ, ਬੜਾ ਲੰਬਾ ਸੰਘਰਸ਼ ਚੱਲਿਆ ਸੀ। ਤੇ ਉਹ ਉਸ ਸੰਘਰਸ਼ ਦੀ ਗੱਲ ਕਰਦੀ ਹੈ ਕਹਾਣੀ ਸ਼ਿਲਤਰਾ ਜੀ, ਵੀ ਦਲਿਤ ਜਿਹੜੇ ਆਪਣੀ ਹੱਕ ਲਈ ਕਿਵੇਂ ਲੜਦੇ ਆ, ਹੈਨਾ, ਉਸ ਪਿੰਡ ਦੀ ਕਿਸਾਨੀ। ਮੈਂ ਸਮਝਦਾ ਕਿ ਇਸ ਮਸਲੇ ਤੇ ਜਿਵੇਂ ਹੁਣ ਸਾਡੇ ਮੌਜੂਦਾ ਦੌਰ ਦੇ ਵਿੱਚ ਕਿਸਾਨੀ ਸੰਕਟ ਬੜੇ ਵੱਡੇ ਪੱਧਰ ਤੇ ਜਿਹਦੇ ਨਾਲ ਸੰਘਰਸ਼ ਜੁੜਿਆ ਹੋਇਆ ਕਿਸਾਨਾਂ ਦਾ, ਉਸ ਕਿਸਾਨੀ ਸੰਘਰਸ਼ ਦੇ ਵਿੱਚ ਸਾਰਾ ਜਿਹੜਾ ਹੈਗਾ ਨੌਜਵਾਨ ਵੀ ਆ, ਚਲੋ ਇਹ ਜਿਹੜੇ ਮਜ਼ਦੂਰ ਖਾਸ ਤੌਰ ਤੇ ਮੈਂ ਸਮਝਦਾ ਉਹ, ਤੇ ਇਸ ਤੋਂ ਇਲਾਵਾ ਜਿੰਨੀਆਂ ਵੀ ਹੋਰ ਜਮਾਤੀ ਜਿਹੜੀਆਂ ਹੈਗੀਆਂ ਜਥੇਬੰਦੀਆਂ ਉਹ ਜੁੜੀਆਂ ਵੀ ਨਾਲ, ਸਾਰਿਆਂ ਨੇ ਸਹਿਮਤੀ ਦਿੱਤੀ ਆ। ਠੀਕ ਹੈ, ਇਹ ਕਿਉਂ? ਇਹ ਸਾਡੇ ਜਿਹੜੇ ਪੰਜਾਬ ਦੀ ਮੈਂ ਸਮਝਦਾ ਸਾਂਝ ਆ ਨਾ, ਉਸ ਦਾ ਹੀ ਪ੍ਰਤੀਕ ਆ। ਪਰ ਇੱਥੇ ਇੱਕ ਗੱਲ ਹੋਰ ਵੀ ਧਿਆਨ ਦੇਣ ਵਾਲੀ ਹੈ ਕਿ ਜਦੋਂ ਉਹ ਮਸਲਾ ਖੜਾ ਹੋਇਆ ਸੀਗਾ ਦਲਿਤਾਂ ਦਾ ਆਪਦੀ ਪੰਚਾਇਤੀ ਜ਼ਮੀਨ ਚੋਂ ਬਣਦਾ ਹੱਕ ਲੈਣ ਦਾ, ਜਿਹੜਾ ਕਿ ਉਹਨਾਂ ਨੂੰ ਕਾਨੂੰਨ ਨੇ ਦਿੱਤਾ ਹੋਇਆ ਨਾ, ਕਾਨੂੰਨ ਨੇ ਉਹਨਾਂ ਨੂੰ ਹੱਕ ਦਿੱਤਾ ਕਿ ਤੁਸੀਂ ਇੰਨੇ % ਜ਼ਮੀਨ ਜਿਹੜੀ ਹੈਗੀ ਆ ਤੁਸੀਂ ਉਹਦੇ ਵਿੱਚੋਂ ਆਪਦੇ ਵਾਹੀਯੋਗ ਜ਼ਮੀਨ ਲੈ ਸਕਦੇ ਹੋ ਤੁਹਾਡੇ ਨਾਂ। ਦਲਿਤਾਂ ਨੂੰ ਉਹ ਹੱਕ ਕਿਉਂ ਨਹੀਂ ਦਿੱਤਾ ਜਾਂਦਾ? ਪਿੰਡ ਦੇ ਜਿਹੜੇ ਧਨਾੜ ਵਿਅਕਤੀ ਜਿਨ੍ਹਾਂ ਕੋਲੇ ਉਹ ਜ਼ਮੀਨ ਹੁੰਦੀ ਹੈ ਪੰਚਾਇਤੀ, ਉਹ ਕੀ ਕਰਦੇ ਆ ਕਿ ਆਪਣੇ ਹੀ ਕੰਮ ਕਰਦੇ ਕਿਸੇ ਸੀਰੀ ਦੇ ਨਾਂ ਤੇ ਉਹਦੀ ਬੋਲੀ ਲੈ ਲੈਂਦੇ ਆ, ਬੋਲੀ ਲੱਗਦੀ ਹੈ। ਚਲੋ ਆਪਣੇ ਇੱਧਰ ਕਈ ਪਿੰਡਾਂ ਦੇ ਵਿੱਚ ਮੈਂ ਸਮਝਦਾ ਕਿ ਉਹ ਬਹੁਤ ਘੱਟ ਜ਼ਮੀਨ ਹੁੰਦੀ ਹੈ ਪੰਚਾਇਤਾਂ ਕੋਲੇ, ਪਰ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਸੀ ਕਿ 200 ਕਿੱਲਾ 250 ਕਿੱਲਾ ਵੀ ਪੰਚਾਇਤ ਦੀ ਜ਼ਮੀਨ ਦਾ ਪਿਆ, ਜਿੱਥੇ ਬਹੁਤ ਵੱਡੇ ਹੀ ਪੱਧਰ ਤੇ ਉਹਦੀ ਰੇਸ਼ੋ ਆ ਜਿਹੜੀ ਦਲਿਤਾਂ ਦੇ ਹਿੱਸੇ ਆਉਂਦੀ ਆ, ਪਰ ਉਹਨਾਂ ਨੂੰ ਉਹ ਮਿਲਦੀ ਨਹੀਂ ਸੀ। ਤਾਂ ਉਹਨਾਂ ਨੇ ਇੱਕ ਸੰਘਰਸ਼ ਲੜਿਆ, ਬੜਾ ਲੰਬਾ ਸੰਘਰਸ਼ ਲੜਿਆ, ਤੇ ਉਹਨਾਂ ਇਸੇ ਕਿਸਾਨੀ ਦੇ ਵਿਰੋਧ ਹੀ ਲੜਿਆ ਸੀ। ਦੇਖੋ, ਜਿਸ ਕਿਸਾਨੀ ਦੀ ਉਹ ਨਾਲ ਉਹ ਅੱਜ ਜਿਸ ਕਿਸਾਨੀ ਦੇ ਹੱਕ ਦੇ ਵਿੱਚ ਉਹ ਖੜੇ ਨੇ, ਇਸੇ ਕਿਸਾਨੀ ਵਿਰੁੱਧ ਉਹਨਾਂ ਨੂੰ ਆਪਣਾ ਹੱਕ ਲੈਣ ਲਈ ਵੀ ਸੰਘਰਸ਼ ਲੜਨਾ ਪਿਆ। ਪਰ ਚਲੋ ਜਿਵੇਂ ਵੀ ਹੈ, ਮੈਂ ਸਮਝਦਾ ਫਿਰ ਉਹਨਾਂ ਦੀ ਇੱਕ ਇਹ ਜਮਾਤੀ ਏਕਤਾ ਬੋਲਦਾ ਉਹਨਾਂ ਨੂੰ ਮੈਂ, ਇੱਕ ਹੁੰਦੀ ਹੈ ਜਮਾਤੀ ਚੇਤਨਾ, ਇੱਕ ਜਮਾਤੀ ਏਕਤਾ। ਦੇਖੋ, ਇਹਦੇ ਵਿੱਚ ਵੱਖ-ਵੱਖ ਜਮਾਤਾਂ ਨੇ ਜਿਨ੍ਹਾਂ ਦੀ ਆਪਸੀ ਏਕਤਾ ਹੋਈ ਵੀ ਆ। ਜੇ ਉਹ ਜਮਾਤੀ ਤੌਰ ਤੇ ਆਪਸ ਵਿੱਚ ਚੇਤਨ ਨੇ ਤਾਂ ਹੀ ਉਹ ਏਕਤਾ ਨੇ, ਜੇ ਉਹ ਜਮਾਤੀ ਰੂਪ ਦੇ ਵਿੱਚ ਸੰਘਰਸ਼ ਕਰਨਗੀਆਂ ਤਾਂ ਕੁਝ ਪ੍ਰਾਪਤ ਕਰ ਲੈਣਗੀਆਂ। ਠੀਕ ਹੈ, ਉਹ ਇਸ ਦੀ ਬਹੁਤ ਵੱਡੀ ਲੋੜ ਸੀ। ਸ਼ਿਲਤਰਾ ਕਹਾਣੀ ਦੇ ਵਿੱਚ ਇੱਕ ਨਾ ਜਿਹੜੇ ਜਿਨ੍ਹਾਂ ਕੋਲ ਜ਼ਮੀਨ ਆ ਪੰਚਾਇਤੀ ਜ਼ਮੀਨ ਤੇ ਜਿਹੜੇ ਕਾਬਜ਼ ਨੇ, ਉਹਨਾਂ ਨੂੰ ਕਹਾਣੀਕਾਰ ਨੇ ਖੱਬਲ ਸਿਰੀਏ ਕਿਹਾ। ਖੱਬਲ ਸਿਰੀਏ? ਹਾਂਜੀ, ਖੱਬਲ ਸਿਰੀਏ। ਮਤਲਬ ਜਿਵੇਂ ਕਹਿ ਲਓ ਕਿਸੇ ਦਾ ਕੋਈ ਪਿੰਡਾਂ ਦੇ ਵਿੱਚ ਅੱਲ ਪਾਈ ਵੀ ਹੁੰਦੀ ਆ ਜਾਂ ਇਸ ਤਰ੍ਹਾਂ, ਉਹਨੂੰ ਖੱਬਲ ਸਿਰੀਏ। ਖੱਬਲ ਮੈਂ ਸਮਝਦਾ ਕਿ ਇੱਕ ਪ੍ਰਤੀਕ ਦੇ ਰੂਪ ਦੇ ਵਿੱਚ ਅਸੀਂ ਉਹਨੂੰ ਲੈ ਸਕਦੇ ਹਾਂ। ਜਿਵੇਂ ਉਹਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ, ਛੇਤੀ ਉਹ ਮਰਦਾ ਨਹੀਂ, ਤੇ ਇਸੇ ਤਰ੍ਹਾਂ ਹੀ ਉਹ ਆ ਵੀ ਕਾਬਜ਼ ਨੇ ਡੂੰਘੀ ਤਰ੍ਹਾਂ, ਚੰਗੀ ਤਰ੍ਹਾਂ ਉਹਨਾਂ ਦੀ ਪਕੜ ਆ, ਉਹਨਾਂ ਦੀ ਪਕੜ ਆ ਖੱਬਲ ਦੀਆਂ ਜੜ੍ਹਾਂ ਵਾਂਗੂ। ਉਹਨਾਂ ਦੀ ਸਰਕਾਰੇ ਦਰਬਾਰੇ ਵੀ ਪਹੁੰਚ ਆ ਉਹ ਜੜ੍ਹਾਂ ਦੀ, ਹੈ ਨਾ, ਉਹ ਸੱਤਾ ਨਾਲ ਸਾਂਝ ਵੀ ਉਹਨਾਂ ਦੀ, ਹਰ ਪਾਸੇ ਉਹਨਾਂ ਦਾ ਦਬਦਬਾ, ਬੰਦੇ ਵੀ ਕੰਮ ਕਰਦੇ ਆ। ਤੋ ਇਹ ਇਸ ਕਰਕੇ ਉਹਨੂੰ ਪ੍ਰਤੀਕ ਰੂਪ ਦੇ ਵਿੱਚ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਇਹ ਜੋ ਕਹਾਣੀ ਪੜ੍ਹੋਗੇ ਨਾ ਤੁਸੀਂ, ਇਹਦੇ ਵਿੱਚ ਪਾਠਕ ਜਦੋਂ ਪੜ੍ਹਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਵਾਕਈ ਜਦੋਂ ਆਪਾਂ ਪ੍ਰਤੀਕਾਂ ਨੂੰ ਜਾਂ ਉਹਨਾਂ ਨੂੰ ਖਾਸ ਤੌਰ ਤੇ ਜਿਹੜੇ ਵਰਤੇ ਜਾਂਦੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਨਾ, ਫਿਰ ਹੋਰ ਵੀ ਇੰਟਰਸਟਿੰਗ ਬਣ ਜਾਂਦੀ ਹੈ ਤੇ ਬੜਾ ਇੰਟਰਸਟਿੰਗ ਰੂਪ ਦੇ ਵਿੱਚ ਉਹ ਸੰਘਰਸ਼ ਚੱਲਦਾ ਤੇ ਪੜ੍ਹ ਕੇ ਜੋਸ਼ ਆਉਂਦਾ। ਇਸ ਤਰ੍ਹਾਂ ਨਹੀਂ ਲੱਗਦਾ ਕਿ ਬੰਦੇ ਨੂੰ ਵੀ ਆਹ ਕੀ, ਮਤਲਬ ਜਿਹੜੇ ਨੌਜਵਾਨਾਂ ਨੂੰ ਜਾਂ ਜਿਨ੍ਹਾਂ ਨੂੰ ਉਸ ਸੰਘਰਸ਼ ਬਾਰੇ ਨਹੀਂ ਪਤਾ, ਗਿਆਨ ਨਹੀਂ, ਮੁੱਢਲਾ ਗਿਆਨ ਨਹੀਂ ਹੈ ਕਿ ਕੋਈ ਸੰਘਰਸ਼ ਕਿਵੇਂ ਲੜਿਆ ਜਾਂਦਾ, ਉਹਦੀ ਕੀ ਰੂਪ ਰੇਖਾ ਹੁੰਦੀ ਆ, ਬੰਦੇ ਕਿਵੇਂ ਕੰਮ ਕਰਦੇ ਆ, ਤਾਂ ਇਹਦੇ ਵਿੱਚ ਬੜੇ ਸੋਹਣੇ ਰੂਪ ਦੇ ਵਿੱਚ, ਭਰਵੇਂ ਰੂਪ ਦੇ ਵਿੱਚ ਉਹਨੂੰ ਪੇਸ਼ ਕੀਤਾ ਗਿਆ। ਪ੍ਰੇਰਨਾਮਈ ਕਹਾਣੀ ਕਹਿ ਸਕਦੇ ਹਾਂ। ਬਿਲਕੁਲ, ਵੈਸੇ ਤਾਂ ਸਾਰੀਆਂ ਕਹਾਣੀਆਂ ਹੀ ਇਹਨਾਂ ਦੀਆਂ ਪ੍ਰੇਰਨਾਮਈ ਨੇ ਤੇ ਸਮਕਾਲੀ ਮਸਲਿਆਂ ਦੇ ਨੇ, ਹੈਨਾ, ਤੇ ਇਹ ਕਹਾਣੀ ਜ਼ਰੂਰ ਪੜ੍ਹਨ ਵਾਲੀ ਹੈ। ਇਹ ਬਹੁਤ ਪ੍ਰੇਰਨਾ ਦਿੰਦੀ ਆ। ਇਸ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਇਹ ਤੋਂ ਕਾਫੀ ਪ੍ਰੇਰਨਾ ਮਿਲ ਸਕਦੀ ਹੈ। ਦੋਸਤੋ, ਅਸੀਂ ਕਹਾਣੀ ਸੰਗ੍ਰਹਿ ਹਾਰੀ ਨਾ ਬਚਨਿਆ, ਜੋ ਗੁਰਮੀਤ ਕੜਿਆਲਵੀ ਜੀ ਦਾ ਕਹਾਣੀ ਸੰਗ੍ਰਹਿ ਹੈ, ਉਸ ਬਾਰੇ ਚਰਚਾ ਕਰ ਰਹੇ ਹਾਂ। ਸੋ ਅਸੀਂ ਇੱਕ ਪਾਠਕ ਦੇ ਨਜ਼ਰੀਏ ਤੋਂ ਇਹ ਜਿਹੜੀ ਚਰਚਾ ਅਸੀਂ ਉਹ ਕਰ ਰਹੇ ਹਾਂ, ਤੇ ਕਾਫੀ ਗੱਲਾਂ ਡਾਕਟਰ ਹਰਿੰਦਰ ਜੀ ਨੇ ਕੀਤੀਆਂ ਨੇ, ਤੇ ਇਹਨਾਂ ਬਾਰੇ ਮੈਂ ਜ਼ਰੂਰ ਦੱਸਣੀ ਚਾਹਾਂਗਾ ਕਿ ਇਹਨਾਂ ਨੂੰ ਗੁੜਤੀ ਕਹਾਂਗਾ ਮੈਂ ਕਿ ਕਾਮਰੇਡ ਸੁਰਜੀਤ ਗਿੱਲ ਦੀ
ਗੁੜਤੀ ਮਿਲੀ ਹੈ ਇਹਨਾਂ ਨੂੰ, ਉਹਨਾਂ ਦੇ ਨਾਲ ਕਾਫੀ ਟਾਈਮ ਇਹ ਰਹੇ ਨੇ, ਬਹੁਤ ਸਾਰੇ ਮਸਲਿਆਂ ਤੇ ਗੱਲਾਂ ਕਰਦੇ ਰਹੇ ਨੇ, ਔਰ ਜ਼ਿਆਦਾ ਇਹਨਾਂ ਦਾ ਝੁਕਾਅ ਵੀ ਉੱਧਰ ਹੁੰਦਾ ਸੀ, ਔਰ ਜ਼ਿਆਦਾ ਸਮਾਂ ਵੀ ਉਹਨਾਂ ਦੇ ਕੋਲ ਹੀ ਬਤੀਤ ਹੁੰਦਾ ਸੀ। ਸੋ ਸਧਾਰਨ ਗੱਲ ਹੈ ਤੇ ਕਿ ਉਹਨਾਂ ਦੀ ਸੋਚ, ਉਹਨਾਂ ਦਾ ਨਜ਼ਰੀਆ ਜਿਹੜਾ ਇਹਨਾਂ ਦੇ ਵਿੱਚ ਆ ਜਾਣਾ ਇਹ ਸੁਭਾਵਿਕ ਸੀ। ਸੋ ਹੈ, ਇਸੇ ਕਰਕੇ ਅਸੀਂ ਇਹ ਕਹਾਣੀ ਸੰਗ੍ਰਹਿ ਤੇ ਚਰਚਾ ਕੀਤੀ ਹੈ। ਸੋ ਡਾਕਟਰ ਹਰਿੰਦਰ ਜੀ, ਜਿਵੇਂ ਅਸੀਂ ਦੇਖਿਆ ਹੈ ਕਿ ਅਸੀਂ 4-5 ਕਹਾਣੀਆਂ ਤੇ ਕਾਫੀ ਗੱਲਾਂ ਕੀਤੀਆਂ ਨੇ, ਜੋ ਕਿਉਂਕਿ ਸਮੇਂ ਦੀ ਬੰਦਿਸ਼ ਹੈ ਸਾਡੇ ਕੋਲ, ਸੋ ਜ਼ਿਆਦਾ ਅਸੀਂ ਲੰਬਾ ਨਹੀਂ ਕਰਾਂਗੇ। ਸੋ ਜੋ ਕਹਾਣੀਆਂ ਰਹਿ ਗਈਆਂ ਨੇ, ਬਹੁਤ ਆਲਾ ਦਰਜੇ ਦੀਆਂ ਕਹਾਣੀਆਂ ਨੇ ਉਹ, ਇਹਨਾਂ ਦੇ ਵਿੱਚ ਵੀ ਸੰਖੇਪ ਦੇ ਵਿੱਚ ਜੇ ਤੁਸੀਂ ਗੱਲ ਕਰੋ ਤਾਂ ਜਿਵੇਂ ਵਾਇਰਸ ਹੈਗੀ ਆ, ਜੰਗ ਹੈ, ਆਲਮ ਦਾ ਬਿੱਕਰ ਸਿੰਘ ਦੀ ਗੱਲ, ਜਾਂ ਕਮੀਨਾ ਕਹਾਣੀ ਹੈਗੀ ਆ ਇਸ ਗ੍ਰਹਿ ਦੇ ਵਿੱਚ, ਇਹਨਾਂ ਬਾਰੇ ਵੀ ਸ਼ਾਰਟ ਜੇ ਮਤਲਬ ਗੱਲ ਕਰੋ ਤਾਂ ਬੜੀ ਵਧੀਆ। ਹਾਂਜੀ ਜ਼ਰੂਰ, ਮੈਂ ਸੰਖੇਪ ਦੇ ਵਿੱਚ ਇੱਕ ਪਾਠਕ ਦੇ ਨਜ਼ਰੀਏ ਤੋਂ ਹੀ ਆਪਾਂ ਗੱਲ ਕਰਾਂਗੇ ਜ਼ਰੂਰ। ਦੇਖੋ, ਗੁਰਮੀਤ ਘੜਿਆਲਵੀ ਨੇ ਜਿਹੜੀਆਂ ਇਹ ਕਹਾਣੀਆਂ ਲਿਖੀਆਂ, ਮੈਂ ਇੱਕ ਗੱਲ ਇਹ ਮਹਿਸੂਸ ਕੀਤੀ ਆ ਕਿ ਇਹਨਾਂ ਦੇ ਵਿੱਚੋਂ ਇੱਕ ਅਜਿਹੀ ਸਾਨੂੰ ਚੇਤਨਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਸਾਡੇ ਸਮਾਜ ਦੇ ਵਿੱਚ ਵਾਪਰ ਰਿਹਾ ਨਾ, ਉਹਨੂੰ ਅਸੀਂ ਪਛਾਣੀਏ ਜੀ, ਤੇ ਉਹਨੂੰ ਅਸੀਂ ਪਛਾਣਦੇ ਹਾਂ ਜਦੋਂ, ਤਾਂ ਸਾਡੀ ਸਮਝ ਹਨਾ ਵਿਕਾਸ ਕਰੂਗੀ, ਨੈਚੁਰਲੀ ਇੱਕ ਸਮਝ ਬਣੂਗੀ। ਕੀ ਕਰਾਂ ਕਹਾਣੀ ਹੈ ਜਿਹੜੀ ਸਾਡੇ ਸਮਾਜ ਦੇ ਵਿੱਚ ਤੁਸੀਂ ਦੇਖੋਗੇ ਵਾਪਰ ਰਹੀ ਹੈ। ਇੱਕ ਅਕੈਡਮੀ ਆ ਜਿਹੜੀ ਧਾਰਮਿਕ ਖਿਆਲਾਂ ਦੀ ਅਕੈਡਮੀ ਆ, ਉਹਦੇ ਨਕਸ਼ ਤੁਸੀਂ ਪਛਾਣ ਸਕਦੇ ਹੋ ਇੱਥੇ ਸਾਡੇ ਆਸੇ ਪਾਸੇ। ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਬੰਦਿਸ਼ਾਂ ਨੇ। ਦੇਖੋ, ਉਸ ਅਕੈਡਮੀ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਤੇ ਇੱਕ ਖਾਸ ਤਰ੍ਹਾਂ ਦੀਆਂ ਬੰਦਿਸ਼ਾਂ ਲਾਈਆਂ ਜਾਂਦੀਆਂ ਨੇ ਹਨਾ। ਉਹਦੀ ਜਿਹੜੀ ਇੱਕ ਕੁੜੀ ਦੇ ਵਿੱਚ ਪੜ੍ਹਨ ਭੇਜਦੇ ਉਹਨੂੰ, ਉਹਦੇ ਘਰ ਦੀ ਹਾਲਤ ਠੀਕ ਨਹੀਂ ਹੁੰਦੀ, ਉਹਨੂੰ ਪੜ੍ਹਨ ਭੇਜਿਆ ਜਾਂਦਾ ਕਿ ਤਾਂ ਕਿ ਉੱਥੇ ਉਹਦੀ ਪੜ੍ਹਾਈ ਦਾ ਕੋਈ ਖਰਚਾ ਨਾ ਪਵੇ। ਪਰੰਤੂ ਉਹ ਜਿਸ ਤਰ੍ਹਾਂ ਦਾ ਮਾਨਸਿਕ ਦਬਾਅ ਉੱਥੇ ਉਹ ਮਹਿਸੂਸ ਕਰਦੀ ਆ, ਉਹਨੂੰ ਆਪਣੇ ਆਰਥਿਕ ਦਬਾਅ ਨਾਲੋਂ ਬਹੁਤ ਵੱਡਾ ਲੱਗਦਾ। ਉਹਨੂੰ ਲੱਗਦਾ ਕਿ ਮੇਰਾ ਆਰਥਿਕ ਦਬਾਅ ਤਾਂ ਇੰਨਾ ਹੈ ਹੀ ਨਹੀਂਗਾ, ਉਹਨੂੰ ਤਾਂ ਮੈਂ ਝੱਲ ਸਕਦੀ ਹਾਂ। ਅੱਜ ਕੱਲ ਬੰਦਾ ਆਰਥਿਕ ਦਬਾਅ ਜੇ ਝੱਲ ਸਕਦਾ, ਮਾਨਸਿਕ ਦਬਾਅ ਨਹੀਂ ਝੱਲ ਸਕਦਾ, ਬੱਚੇ ਦਾ ਖਾਸ ਤੌਰ ਤੇ ਨਹੀਂ ਝੱਲ ਸਕਦੀ। ਤਾਂ ਉਹ ਉੱਥੋਂ ਮਤਲਬ ਬਾਹਰ ਨਿਕਲਣਾ ਚਾਹੁੰਦੀ ਹੈ ਨਾ। ਇਹਨੂੰ ਤੁਸੀਂ ਇਸ ਤਰ੍ਹਾਂ ਵੀ ਦੇਖ ਸਕਦੇ ਹੋ ਕਿ ਉਹ ਇਕੱਲਾ ਉਸ ਅਕੈਡਮੀ ਚੋਂ ਹੀ ਨਹੀਂ ਬਾਹਰ ਨਿਕਲਣਾ ਚਾਹੁੰਦੀ, ਉਸ ਸਮਾਜ ਦੀਆਂ ਬੰਦਿਸ਼ਾਂ ਚੋਂ ਵੀ ਬਾਹਰ ਨਿਕਲਣਾ ਚਾਹੁੰਦੀ ਹੈ। ਇੱਕ ਔਰਤ ਉਹ ਇੰਨੀ ਚੇਤਨ ਹੋਣਾ ਚਾਹੁੰਦੀ ਹੈ ਜਾਂ ਹੋ ਰਹੀ ਹੈ, ਉਹਨੂੰ ਲੱਗਦਾ ਕਿ ਇਹ ਮੇਰੇ ਤੇ ਜੋ ਬੰਦਿਸ਼ ਲਾਈ ਜਾ ਰਹੀ ਹੈ ਸਮਾਜ ਦੁਆਰਾ ਕਿਸੇ ਵੀ ਕਿਸਮ ਦੀ, ਮੈਂ ਉਹਨੂੰ ਤੋੜ ਦੇਵਾਂ। ਉਹ ਬੰਧਨ ਨੂੰ ਤੋੜਨਾ ਚਾਹੁੰਦੀ ਹੈ ਹਨਾ। ਇਹ ਕਿੰਨਾ ਅੱਛਾ ਸੰਦੇਸ਼ ਹੈ ਜਿਹਨੂੰ ਅਸੀਂ ਇੱਕ ਪਾਠਕ ਦੇ ਤੌਰ ਤੇ ਪੜ੍ਹਦੇ ਹਾਂ ਜਾਂ ਸਿੱਖਣ ਦੇ ਤੌਰ ਤੇ ਕੁਝ ਪੜ੍ਹਦੇ ਹਾਂ। ਇਸੇ ਤਰ੍ਹਾਂ ਇੱਕ ਕਹਾਣੀ ਜੰਗ ਕਹਾਣੀ ਦੇ ਵਿੱਚ ਬੜਾ ਭਾਵਪੂਰਤ ਬਿਰਤਾਂਤ ਉਸਾਰ ਹੈ। ਜਿਹੜੇ ਸਰਹੱਦਾਂ ਦੇ ਉੱਪਰ ਲੜਦੇ ਸਾਡੇ ਫੌਜੀ ਆ ਜਾਂ ਸਾਡੇ ਸ਼ਹੀਦ ਆ, ਕੋਈ ਵੀ ਹੈ ਨਾ, ਜਿਹਨਾਂ ਨੂੰ ਅਸੀਂ ਸ਼ਹੀਦ ਕਹਿੰਦੇ ਆ, ਜਿਹੜੇ ਲੋਕ ਉਹਨਾਂ ਦੇ ਨਾਮ ਤੇ ਸੱਭਿਆਚਾਰਕ ਮੇਲੇ ਕਰਵਾਉਂਦੇ ਆ, ਉਹਨਾਂ ਦੇ ਨਾਮ ਤੇ ਕਲੱਬਾਂ ਬਣਾ ਲੈਂਦੇ ਆ, ਜਾਂ ਉਹਨਾਂ ਦੇ ਨਾਮ ਤੇ ਵੋਟਾਂ ਮੰਗਦੇ ਆ ਸਾਡੇ ਰਾਜਨੀਤਾ, ਉਹ ਕੀ ਉਹਨਾਂ ਦੇ ਉਹ ਪੂਰਨਿਆਂ ਤੇ ਚੱਲਦੇ ਨੇ ਜਾਂ ਇਹ ਇੱਕ ਬਹੁਤ ਵੱਡਾ ਸਵਾਲ ਆ। ਹੁਣ ਅਸੀਂ ਭਗਤ ਸਿੰਘ ਦੇ ਨਾਮ ਤੇ ਬਹੁਤ ਪ੍ਰੋਗਰਾਮ ਹੁੰਦੇ ਨੇ, ਬੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਮ ਤੇ ਨਾ। ਕੀ ਭਗਤ ਸਿੰਘ ਵਰਗਾ ਚਿੰਤਕ ਕੋਈ ਪੈਦਾ ਹੋ ਸਕਿਆ, ਜਾਂ ਕੀ ਉਹਨਾਂ ਦੇ ਵਿਚਾਰਾਂ ਨੂੰ ਕੋਈ ਜਥੇਬੰਦੀ ਜਾਂ ਕੋਈ ਕਿਸ ਤਰ੍ਹਾਂ ਅਪਣਾ ਕੇ ਚੱਲ ਰਹੀ ਹੈ, ਇਹ ਉਹਨਾਂ ਦੇ ਅਮਲ ਦੇ ਵਿੱਚੋਂ ਪਤਾ ਲੱਗਦਾ ਹੈ ਨਾ। ਤੋ ਇਸ ਕਹਾਣੀ ਦੇ ਵਿੱਚ ਸਪਸ਼ਟ ਹੋਇਆ ਵੀ ਕਿ ਉਹ ਉਹਨਾਂ ਦੇ ਸਿਰਫ ਦਿਖਾਵਾ ਕਰਦੇ ਨੇ ਸ਼ਹੀਦਾਂ ਨੂੰ ਯਾਦ ਕਰਨ ਦਾ ਲੋਕ, ਜਾਂ ਪਿੰਡ ਦੇ ਕੋਈ ਚੌਧਰੀ ਜਾਂ ਕੋਈ ਹੋਰ ਆਪਣੀਆਂ ਵੋਟਾਂ ਲੈਣ ਲਈ ਕੋਈ ਸਿਆਸੀ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਦੇ, ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਅਸਲ ਦੇ ਵਿੱਚ ਤਾਂ ਉਹ ਦੁਖਾਂਤ ਭੋਗ ਰਹੇ ਹੁੰਦੇ ਨੇ। ਤੇ ਇਹਦੇ ਵਿੱਚ ਇੱਕ ਬੁੱਤ ਆ ਜਿਹੜਾ ਸ਼ਹੀਦ ਦਾ, ਉਹ ਵੀ ਦੇਖੋ ਤੁਸੀਂ ਕਿ ਬੁੱਤ ਜਦੋਂ ਬੋਲਣ ਲੱਗ ਜਾਣ ਹਨਾ, ਜਦੋਂ ਆਪਾਂ ਦੇਖੀਏ ਤੇ ਇਸ ਤੋਂ ਵੱਡਾ ਦੁਖਾਂਤ ਕੀ ਹੋਏਗਾ ਕਿ ਬੁੱਤ ਆਪਣੀ ਵਿੱਚ ਚਲੋ ਹੈ ਤਾਂ ਮਨੋਬਚਨੀ ਹੁੰਦੀ ਹੈ ਕਹਾਣੀ 'ਚ, ਇਸ ਤਰ੍ਹਾਂ ਸਭ ਕੁਝ ਹੁੰਦਾ, ਪਰ ਉਸ ਮਨੋਬਚਨੀ ਰਾਹੀਂ ਬੁੱਤ ਆ ਜਿਹੜਾ ਗੱਲਾਂ ਕਰਦਾ ਪਿੰਡ ਦੇ ਕਿਸੇ ਦੂਸਰੇ ਫੌਜੀ ਦੇ ਨਾਲ, ਤੇ ਉਹ ਗੱਲਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਦੁਖਾਂਤ ਜਿਹੜਾ ਉੱਭਰ ਕੇ ਸਾਹਮਣੇ ਆਉਂਦਾ, ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੁਖਾਂਤ ਭੋਗ ਰਹੇ ਆ ਤੇ ਲੋਕ ਕਿਸ ਤਰ੍ਹਾਂ ਦਾ ਦਿਖਾਵਾ ਕਰਦੇ ਆ। ਤੋ ਇਹ ਇੱਕ ਵਿਅੰਗਮਈ ਤੌਰ ਦੇ ਵਿੱਚ ਇਹਨੂੰ ਇਸ ਦੇ ਵਿੱਚ ਪੇਸ਼ ਕੀਤਾ। ਇਸੇ ਤਰ੍ਹਾਂ ਕਮੀਨਾ ਕਹਾਣੀ, ਇਹ ਮੈਂ ਸਮਝਦਾ ਕਿ ਅਜੋਕੇ ਮਨੁੱਖ ਤੇ ਇੱਕ ਵੱਡਾ ਵਿਅੰਗ ਆ। ਜਿਹੜਾ ਸਾਡਾ ਮਨੁੱਖ ਆ ਨਾ, ਉਹ ਜਿਵੇਂ ਜਿਵੇਂ ਸਮਾਜ ਨੇ ਵਿਕਾਸ ਕੀਤਾ ਤੇ ਮਨੁੱਖ ਦੇ ਵਿੱਚ ਬਹੁਤ ਸਾਰੀਆਂ ਨਾ ਘੁਣਤਰਾਂ ਪੈਦਾ ਹੋਈਆਂ। ਮੈਂ ਸਮਝਦਾ ਕਿ ਬੜਾ ਦਿਮਾਗੀ ਤੌਰ ਤੇ ਇੱਕ ਵਾਇਰਸ ਕਹਾਣੀ ਆ, ਇੱਕ ਕਮੀਨਾ ਕਹਾਣੀ, ਇਹਨਾਂ ਨੂੰ ਮੈਂ ਦੋਨਾਂ ਨੂੰ ਇੱਕ ਕੈਟਾਗਰੀ ਦੇ ਵਿੱਚ ਰੱਖਾਂਗਾ।
ਵਾਇਰਸ ਤਾਂ ਕੰਪਿਊਟਰ ਦੇ ਵਿੱਚ ਹੁੰਦਾ, ਜਿਹੜਾ ਉਸਦੀ ਵਿੰਡੋ ਕਰਪਟ ਕਰ ਦਿੰਦਾ, ਖਰਾਬ ਕਰ ਦਿੰਦਾ। ਉਹੀ ਵਾਇਰਸ ਜੇ ਬੰਦੇ ਦੇ ਦਿਮਾਗ 'ਚ ਵੜ ਜੇ ਤਾਂ ਉਹ ਉਹਦੇ ਰਿਸ਼ਤਿਆਂ ਨੂੰ ਜਾਂ ਉਹਦੇ ਸਿਸਟਮ ਨੂੰ ਖਰਾਬ ਕਰਦਾ, ਸਾਰੇ ਨੂੰ ਖਰਾਬ ਕਰਦਾ। ਕਮੀਨਾ ਕਹਾਣੀ ਦੇ ਵਿੱਚ ਜਿਹੜਾ ਪਾਤਰ ਆ ਉਹਦੇ ਦਿਮਾਗ 'ਚ ਵਾਇਰਸ ਵੜਿਆ ਵਾ। ਹਾਂਜੀ, ਉਹ ਵਾਇਰਸ ਕੀ ਕਰਦਾ ਉਹਨੂੰ, ਉਹ ਵਾਇਰਸ ਉਹਨੂੰ ਚੰਗਾ ਨਹੀਂ ਸੋਚਣ ਦਿੰਦਾ, ਉਹ ਉਹਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾ ਦਿੰਦਾ। ਉਹਨੂੰ ਲੱਗਦਾ ਉਸਦੀ ਪਤਨੀ ਖੂਬਸੂਰਤ ਆ ਤੇ ਉਹ ਬਾਹਰ ਅੰਦਰ ਪੇਪਰ ਪੜ੍ਹਨ ਜਾਂਦਾ, ਉਹਨੂੰ ਲੱਗਦਾ ਕਿ ਉਸਦੀ ਗੈਰ ਹਾਜ਼ਰੀ ਦੇ ਵਿੱਚ ਉਸਦੀ ਪਤਨੀ ਕਿਸੇ ਹੋਰ ਪੁਰਸ਼ ਵੱਲ ਨਾ ਝੁਕ ਜਾਵੇ ਜਾਂ ਉਸ ਕਿਸੇ ਨਾਲ ਹੋਰ ਉਹਦੇ ਸੰਬੰਧ ਨਾ ਬਣ ਜਾਣ। ਇਸ ਤਰ੍ਹਾਂ ਦਾ ਉਹਦੇ ਦਿਮਾਗ 'ਚ ਵਾਇਰਸ ਵੜ ਜਾਂਦਾ, ਜਿਹਦੀ ਪੁਸ਼ਟੀ ਲਈ ਉਹ ਕਦੇ ਆਪਣੇ ਬੱਚੇ ਨੂੰ ਫੋਨ ਕਰਦਾ ਬਹਾਨੇ ਨਾਲ, ਕਦੇ ਘਰ ਦੇ ਲੈਂਡਲਾਈਨ ਫੋਨ ਤੇ ਫੋਨ ਕਰਕੇ ਉਹਨੂੰ ਇਹ ਜਾਣਨਾ ਚਾਹੁੰਦਾ, ਹਨਾ। ਇਹ ਵਾਇਰਸ ਆ ਜਿਹੜਾ ਉਹ ਫਿਰ ਇਹ ਵੀ ਸਮਝਦਾ ਕਿ ਹਾਂ ਮੈਂ ਇਹ ਇਸ ਤਰ੍ਹਾਂ ਦਾ ਕਮੀਨਾਪਨ ਆ ਜਿਹੜਾ ਮੈਂ ਕਰ ਰਿਹਾ, ਪਰ ਉਹ ਕਿਉਂਕਿ ਹੀਣ ਭਾਵਨਾ ਦਾ ਸ਼ਿਕਾਰ ਆ, ਤੇ ਜਦੋਂ ਕੋਈ ਵਿਅਕਤੀ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਤਾਂ ਉਹ ਮਨੋਰੋਗੀ ਬਣ ਜਾਂਦਾ ਨਾ, ਤੇ ਉਹਦੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ। ਤੇ ਵਾਇਰਸ ਕਹਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਬੰਦਿਆਂ ਨੂੰ ਕਿਵੇਂ ਇੱਕ ਦੂਜੇ ਨੂੰ ਚਾਪਲੂਸੀ ਕਰਨ ਵਾਲੇ ਨੂੰ ਅੱਗੇ ਲਿਜਾਇਆ ਜਾਂਦਾ, ਤੇ ਹਨਾ ਜਿਹੜੇ ਕੰਮ ਕਰਨ ਵਾਲੇ ਆ, ਤਾਂ ਇਹ ਕਹਾਣੀਆਂ ਸਾਡੇ ਆਲੇ ਦੁਆਲੇ ਹੀ ਜਿਹੜਾ ਹੈਗਾ ਵਾਪਰ ਰਿਹਾ ਉਹਦਾ ਹੀ ਪ੍ਰਗਟਾਵਾ ਨੇ। ਬੜੀ ਭਾਵਪੂਰਤ ਕਹਾਣੀ ਆ ਅਲਵਿਦਾ ਬਿੱਕਰ ਸਿੰਘ। ਦੇਖੋ ਤੁਸੀਂ, ਕੋਈ ਬੰਦਾ ਕਿਸੇ ਲਹਿਰ ਲਈ ਕੰਮ ਕਰਦਾ, ਮੈਂ ਸਮਝਦਾ ਕਿ ਉਹਦੀ ਇਮਾਨਦਾਰੀ ਦਾ ਸਬੂਤ ਲੋਕ ਹੁੰਦੇ ਨੇ ਜਾਂ ਉਹਦੀ ਆਪਦੀ ਆਤਮਾ ਹੁੰਦੀ ਹੈ। ਉਹ ਜਿਹੜਾ ਬਿੱਕਰ ਸਿੰਘ ਹੈ ਇਸ ਕਹਾਣੀ ਦਾ ਪਾਤਰ, ਉਹ ਬੜਾ ਹੀ ਇਮਾਨਦਾਰ ਅਧਿਆਪਕ ਯੂਨੀਅਨ ਲਈ ਵੀ ਕੰਮ ਕੀਤਾ ਉਹਨੇ, ਹੋਰ ਮਸਲਿਆਂ ਤੇ ਵੀ ਉਹ ਜਾਂਦਾ ਰਿਹਾ, ਪਰ ਜਦੋਂ ਜਿਹੜੀ ਉਹ ਪਾਰਟੀ ਦੇ ਵਿੱਚ ਨਾਲ ਜੁੜਿਆ ਵਾ, ਉਹ ਆਪਣੇ ਆਪ ਨੂੰ ਅਗਾਂਹ ਵਧੂ ਖੱਬੇ ਪੱਖੀ ਕਹਾਉਂਦੀ ਪਾਰਟੀ, ਉਹਦੇ ਜਿਹੜੇ ਆਗੂ ਆ ਉਹ ਉਹਨੂੰ ਪਿੱਛੇ ਧੱਕ ਰਹੇ ਨੇ, ਉਹਦੇ ਕੰਮ ਨੂੰ ਅਣਗੌਲਿਆ ਕਰਕੇ। ਜਿੱਥੇ ਚੌਧਰ ਜਿਹੜਾ ਉਹ ਵਿਰੋਧ ਕਰਦਾ, ਉਹਨਾਂ ਦੀ ਸਾਂਝ ਹੈ ਜਿਹੜੀ ਉਹਦਾ ਪਾਰਟੀ ਦਾ ਸੈਕਟਰੀ ਹੈ ਇਹਦੇ 'ਚ ਰਘਬੀਰ ਸਿੰਘ, ਕਿਉਂਕਿ ਉਹਦੀ ਸਾਂਝ ਹਨਾ ਇੱਕ ਭੱਠਾ ਮਾਲਕਾਂ ਦੇ ਨਾਲ ਕੋਈ ਰਿਸ਼ਤੇਦਾਰੀ ਜੁੜਦੀ ਆ, ਤੇ ਉਹ ਭੱਠਾ ਸੰਘਰਸ਼ ਦੇ ਵਿੱਚ ਮਜ਼ਦੂਰ ਦੇ ਵਿੱਚ ਉਹਦੇ ਨਾਲ ਨਹੀਂ ਨਾ ਖੜੂਗਾ, ਰਘਬੀਰ ਸਿੰਘ ਨਹੀਂ ਖੜੂਗਾ, ਤੇ ਬਿੱਕਰ ਸਿੰਘ ਖੜੂਗਾ, ਤੇ ਬਿੱਕਰ ਸਿੰਘ ਨੂੰ ਫਿਰ ਉਹ ਪਿੱਛੇ ਧੱਕਣਗੇ। ਤੋ ਇਸ ਤਰ੍ਹਾਂ ਕਿਵੇਂ ਪਾਰਟੀ ਦੇ ਵਿੱਚ ਵੀ ਇੱਕ ਜਿਹੜੇ ਆਗੂ ਹੁੰਦੇ ਆ ਉਹ ਜਮਾਤੀ ਤੌਰ ਤੇ ਉਸ ਦੇ ਕਾਡਰ ਨਾਲੋਂ ਵੱਖ ਹੁੰਦੇ ਆ। ਉਹ ਭਾਵੇਂ ਕਿ ਇੱਕ ਪਾਰਟੀ ਦੇ ਵਿੱਚ ਕੰਮ ਕਰ ਰਹੇ, ਇੱਕ ਵਿਚਾਰਧਾਰਾ 'ਚ ਕੰਮ ਕਰ ਰਹੇ ਹੁੰਦੇ ਆ, ਪਰ ਉਹਨਾਂ ਦੇ ਵਿੱਚ ਵੀ ਜਮਾਤੀ ਵਖਰੇਵਾਂ ਹੁੰਦਾ। ਉਹ ਜਮਾਤੀ ਵਖਰੇਵਾਂ ਉਹਨਾਂ ਨੂੰ ਕਦੇ ਜਿਹੜਾ ਹੈਗਾ ਇਕੱਠੇ ਨਹੀਂ ਹੋਣ ਦਿੰਦਾ। ਤੇ ਮੈਂ ਸਮਝਦਾ ਕਿ ਕਮਿਊਨਿਸਟ ਪਾਰਟੀਆਂ ਦਾ ਪੰਜਾਬ ਦੇ ਵਿੱਚ ਫੇਲ ਹੋਣ ਦਾ ਜਾਂ ਲੋਕਾਂ ਦਾ ਨਾਂ ਜੁੜਨ ਦਾ ਕਾਰਨ ਵੀ ਇਹੀ ਹੈ ਕਿ ਜਮਾਤੀ ਵਖਰੇਵਾਂ ਉਹਨਾਂ ਦੇ ਵਿੱਚ ਵੀ ਹੁਣ ਦੇਖਣ ਨੂੰ ਮਿਲਦਾ ਰਿਹਾ। ਇੱਕ ਸਧਾਰਨ ਕਾਡਰ ਦੇ ਤੌਰ ਤੇ ਕੰਮ ਕਰਨ ਵਾਲਾ ਜਿਹੜਾ ਕਾਡਰ ਹੁੰਦਾ, ਵਰਕਰ ਹੁੰਦਾ, ਉਹ ਵੱਧ ਇਮਾਨਦਾਰ ਹੁੰਦਾ ਇੱਕ ਜਿਹੜੇ ਕੋਈ ਵੱਡੇ ਅਹੁਦੇ ਤੇ ਪਹੁੰਚੇ ਹੋਏ ਕਿਸੇ ਲੀਡਰ ਨਾਲੋਂ। ਉਹਦੇ ਵਿੱਚ ਲੋਕਾਂ ਨਾਲ ਜੁੜ ਕੇ ਕੰਮ ਕਰਨ ਦੀ ਭਾਵਨਾ ਵੱਧ ਹੁੰਦੀ ਹੈ। ਤੋ ਇਹਨਾਂ ਕਹਾਣੀਆਂ ਦੇ ਵਿੱਚ ਇਸ ਪੱਖ ਤੋਂ ਬੜਾ ਕੁਝ ਮਿਲਦਾ, ਜਿਹੜਾ ਸਾਨੂੰ ਸਮਾਜ ਪ੍ਰਤੀ ਇੱਕ ਸਾਡੀ ਸਮਝ ਬਣਾਉਂਦਾ, ਇੱਕ ਸਾਨੂੰ ਚੇਤਨਾ ਪ੍ਰਦਾਨ ਕਰਦਾ, ਜਿਹੜਾ ਹਾਰੀ ਨਾ ਬਚਨਿਆਂ ਤੋਂ ਭਾਵ ਸਾਨੂੰ ਹਾਰਨ ਨਹੀਂ ਦਿੰਦਾ। ਉਹ ਹਨਾ, ਇਹ ਬਚਨਾ ਤੁਸੀਂ ਸਮਾਜ ਦਾ ਕੋਈ ਵੀ ਵਿਅਕਤੀ ਲੈ ਸਕਦੇ ਹੋ, ਸਾਡੇ ਸਮਾਜ ਦਾ ਇੱਕ ਪ੍ਰਤੀਨਿਧ ਪਾਤਰ ਕੁਝ ਵੀ ਹੋ ਸਕਦਾ। ਜੇ ਭਾਵ ਸਾਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਜੇ ਜਿੰਨਾ ਕੁਝ ਵੀ ਵਾਪਰ ਰਿਹਾ ਉਹ ਤੋਂ ਕੋਈ ਚੇਤਨਾ ਲਓ, ਕੋਈ ਆਸ ਗ੍ਰਹਿਣ ਕਰੋ। ਤੋ ਇਸ ਪੱਖ ਤੋਂ ਮੈਨੂੰ ਲੱਗਦਾ ਗੁਰਮੀਤ ਸਫਲ ਆ ਕਾਫੀ। ਸੋ ਡਾਕਟਰ ਹਰਿੰਦਰ ਜੀ, ਅਸੀਂ ਕਹਿ ਸਕਦੇ ਹਾਂ ਕਿ ਹਾਰੀ ਨਾ ਬਚਨਿਆ ਇੱਕ ਬਹੁਤ ਵਧੀਆ ਕਹਾਣੀ ਸੰਗ੍ਰਹਿ ਹੈ। ਬਿਲਕੁਲ ਬਿਲਕੁਲ ਲੋਕਾਂ ਦੇ ਵਿੱਚ ਇਹੋ ਜਿਹੀ ਸੋਚ ਪੈਦਾ ਕਰਦਾ ਹੈ ਜੋ ਉਹ ਜ਼ਿੰਦਗੀ ਨੂੰ ਸਹੀ ਢੰਗ ਨਾਲ ਬਿਲਕੁਲ ਜਿਉ ਸਕਦੇ, ਸਮਝ ਸਕਦੇ। ਹਾਂਜੀ ਬਿਲਕੁਲ। ਸੋ ਆਪਾਂ ਇਕੱਠੇ ਹੋਏ, ਤੁਸੀਂ ਮੇਰੇ ਕੋਲੇ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦੋਸਤੋ, ਇਸ ਤਰ੍ਹਾਂ ਦੀ ਚਰਚਾ ਅਸੀਂ ਅੱਗੇ ਵੀ ਕਰਦੇ ਰਵਾਂਗੇ। ਇਹ ਚਰਚਾ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੀ ਕਮੈਂਟਸ ਰਾਹੀਂ ਸਾਨੂੰ ਦੱਸਿਓ, ਤੇ ਦੱਸਿਓ ਕਿ ਹੋਰ ਕਹਾਣੀ ਸੰਗ੍ਰਹਿ ਹੈ ਜਾਂ ਕੋਈ ਨਾਵਲ ਹੈ ਜਿਸ ਤੇ ਅਸੀਂ ਗੱਲ ਕਰ ਸਕੀਏ, ਜਿਸ ਤੇ ਤੁਸੀਂ ਚਾਹੁੰਦੇ ਹੋਵੋ ਕਿ ਇਸ ਤੇ ਗੱਲ ਹੋਣੀ ਚਾਹੁੰਦੀ ਹੈ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਇਸ ਤਰ੍ਹਾਂ ਅਸੀਂ ਕਰ ਸਕੀਏ, ਜਿੰਨੀ ਕੁ ਆਪਣੀ ਬੁੱਧੀ ਹੈ ਔਰ ਪਾਠਕ ਦੇ ਨਜ਼ਰੀਏ ਤੋਂ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਤੁਹਾਡਾ ਹੰਗਾਰਾ ਸਾਡੇ ਲਈ ਖੁਰਾਕ ਹੋਵੇਗਾ। ਸੋ ਅਸੀਂ ਤੁਹਾਡੇ ਹੰਗਾਰੇ ਦੇ ਨਾਲ ਹੀ ਅੱਗੇ ਤੁਰਨਾ ਹੈ। ਜੇ ਇਹ ਚਰਚਾ ਤੁਹਾਨੂੰ ਚੰਗੀ ਲੱਗੀ ਤਾਂ ਸਾਨੂੰ ਜ਼ਰੂਰ ਰਿਸਪੌਂਸ ਦੇਣਾ ਹੈ, ਕਮੈਂਟ ਕਰਨੇ ਹੈ। ਸੋ ਅਗਲੀ ਕਿਸੇ ਕਿਤਾਬ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਸ਼ਬਾ ਖੈਰ।
Subscribe now and press the bell icon. Never miss an update.